सो नमस्कार सारिਆਂ ਨੂੰ। सो ਅੱਜ ਅਸੀਂ ਮੋਸ਼ਨ ਇਨ ਸਟ੍ਰੇਟ ਲਾਈਨ ਦੇ ਵਿੱਚ ਐਵਰੇਜ ਸਪੀਡ ਦੇ ਬਾਰੇ ਗੱਲ ਕਰਨੀ ਆ। ਸੋ ਐਵਰੇਜ ਦੇ ਬਾਰੇ ਆਪਾਂ ਗੱਲ ਕਰਨ ਤੋਂ ਪਹਿਲਾਂ, ਸਪੀਡ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਐਵਰੇਜ ਦਾ ਕਨਸੈਪਟ ਥੋੜ੍ਹਾ ਜਿਹਾ ਅਸੀਂ ਰਿਵਾਈਜ਼ ਕਰਦੇ ਹਾਂ। ਅਸੀਂ ਐਵਰੇਜ ਨੂੰ ਮੀਨ ਵੀ ਕਹਿ ਦਿੰਦੇ ਹਾਂ, ਐਵਰੇਜ ਵੀ ਕਹਿ ਦਿੰਦੇ ਹਾਂ, ਔਸਤ ਵੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਜਦੋਂ ਅਸੀਂ ਐਵਰੇਜ ਸਪੀਡ ਸ਼ਬਦ ਦਾ ਪ੍ਰਯੋਗ ਕਰਦੇ ਹਾਂ ਤਾਂ ਬੇਸ਼ੱਕ ਮੀਨ ਸਪੀਡ ਵੀ ਕਹਿ ਸਕਦੇ ਹਾਂ, ਕਿਉਂਕਿ ਮੀਨ ਦਾ ਮਤਲਬ ਕਨਸੈਪਟ ਉਹੀ ਹੁੰਦਾ ਆ, ਪਰ ਇੱਥੇ ਆਮ ਕਰਕੇ ਸਾਰੀਆਂ ਕਿਤਾਬਾਂ 'ਚ ਐਵਰੇਜ ਸਪੀਡ ਹੀ ਲਿਖਿਆ ਜਾਂਦਾ ਵਾ, ਮੀਨ ਸਪੀਡ ਨਹੀਂ ਲਿਖਿਆ ਜਾਂਦਾ। ਇਸ ਲਈ ਅਸੀਂ ਮੀਨ ਸ਼ਬਦ ਨੂੰ ਇਸ ਜਗ੍ਹਾ 'ਤੇ ਨਹੀਂ ਯੂਜ਼ ਕਰਾਂਗੇ। ਸੋ ਲੈਟ ਅਸ ਫਸਟ ਸੀ ਕਿ ਵੀ ਕੀ ਮਤਲਬ ਐਵਰੇਜ ਤੋਂ ਭਾਵ ਕੀ ਹੈਗਾ। ਹੁਣ ਮੰਨ ਲਓ ਕਿ ਅਸੀਂ 11th ਸਟੂਡੈਂਟ ਹੈਗੇ ਜਿਹੜੇ, ਉਹਨਾਂ ਦੀ ਏਜ ਦੀ ਜੇ ਅਸੀਂ ਗੱਲ ਕਰੀਏ ਤਾਂ ਯੂਜ਼ਲੀ ਜਿਹੜੇ ਆਪਾਂ ਜਦੋਂ 10 ਬੱਚਿਆਂ ਨੂੰ ਮੰਨ ਲਓ ਅਸੀਂ ਡਾਟਾ ਕਲੈਕਟ ਕੀਤਾ, ਅਸੀਂ ਉਹਨਾਂ ਨੂੰ ਪੁੱਛਿਆ ਵੀ ਉਮਰ ਕਿੰਨੀ ਆ, 16 ਸਾਲ, 17 ਸਾਲ, 18 ਸਾਲ, 15 ਸਾਲ, 16, 16, 17, 16, 16, 17। ਸੋ ਇੰਨੀ ਕੁ ਉਮਰ ਬੱਚੇ ਦੱਸਣਗੇ। ਇਹ 10 ਡਾਟਾ ਪੁਆਇੰਟ ਆ, 1 2 3 4 5 6 7 8 9 10। ਸੋ ਇਹ 10 ਡਾਟਾ ਪੁਆਇੰਟਸ ਨੂੰ ਐਡ ਕਰਕੇ ਅਤੇ 10 ਨਾਲ ਹੀ ਟੋਟਲ ਡਿਵਾਈਡ ਕਰ ਦੇਣਾ। ਸੋ ਇਹ ਐਡ ਕਰਕੇ ਜੋ ਵੀ ਆਨਸਰ ਆਊਗਾ ਉਹਨੂੰ 10 ਨਾਲ ਡਿਵਾਈਡ ਕਰਕੇ ਯੂ ਕੈਨ ਕੈਲਕੂਲੇਟ। ਸੋ ਅਸੀਂ ਉਹ ਆਨਸਰ, ਸਾਨੂੰ ਆਨਸਰ ਦੇ ਨਾਲ ਕੋਈ ਬਹੁਤਾ ਇੱਥੇ ਮੈਂ ਕੰਸਰਨ ਨਹੀਂ ਹੈਗਾ, ਕੰਸੈਪਟ ਦੇ ਨਾਲ ਕੰਸਰਨ ਹੈਗਾ ਕਿ ਹੈ ਕਿ ਐਵਰੇਜ ਏਜ ਜਿਹੜੀ ਆ ਉਹ ਕੱਢੀ ਕਿੱਦਾਂ, ਕਿ ਜਿਹੜੇ ਡਾਟਾ ਪੁਆਇੰਟਸ ਆ ਉਹਨਾਂ ਨੂੰ ਐਡ ਕਰਕੇ 10 ਨਾਲ ਡਿਵਾਈਡ ਕਰਨਾ, ਦੈਟ ਇਜ਼ ਮੋਰ ਇੰਪੋਰਟੈਂਟ। ਕਿਉਂਕਿ ਜਮ੍ਹਾਂ ਘਟਾ ਗੁਣਾ ਤਕਸੀਮ ਤਾਂ ਆਪਾਂ ਨੂੰ ਆਉਂਦੀ ਆ, ਉਹ ਤਾਂ ਆਪਾਂ ਕਰ ਹੀ ਲਾਂਗੇ, ਪਰ ਉਸ ਤੋਂ ਪਹਿਲੋਂ ਕਰਨਾ ਕੀ ਆ ਉਹ ਜ਼ਿਆਦਾ ਜ਼ਰੂਰੀ ਹੁੰਦਾ। ਇੱਦਾਂ ਹੀ ਮੰਨ ਲਓ ਅਸੀਂ ਵੱਖਰੇ ਵੱਖਰੇ ਜਿਹੜੇ ਡਾਟੇ ਆ ਉਹ ਕਲੈਕਟ ਕਰ ਸਕਦੇ ਹਾਂ। ਅਸੀਂ ਕਿਸੇ ਚੀਜ਼ ਦੀ ਲੰਬਾਈ ਨੋਟ ਕਰਨੀ ਹੋਵੇ, ਇਹਦੇ ਲਈ ਅਲੱਗ-ਅਲੱਗ ਡਾਟਾ ਇਕੱਠਾ ਕਰ ਸਕਦੇ ਹਾਂ। ਅਸੀਂ ਬੱਚਿਆਂ ਦੀ ਹਾਈਟ ਪੁੱਛ ਸਕਦੇ ਹਾਂ, ਅਸੀਂ ਬੱਚਿਆਂ ਦੇ ਮਾਰਕਸ obtain ਪੁੱਛ ਸਕਦੇ ਹਾਂ। ਅਸੀਂ ਜਿੱਦਾਂ ਸਪੀਡ ਦੀ ਗੱਲ ਕਰ ਰਹੇ ਹਾਂ, ਵੱਖਰੇ ਵੱਖਰੇ ਵੇਲਿਆਂ 'ਤੇ ਸਪੀਡ ਜਿਹੜੀ ਆ ਉਹ ਪਤਾ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਅਸੀਂ ਜਿਹੜੀ ਹੈਗੀ ਆ, ਮੰਨ ਲਓ ਪਤਾ ਨਹੀਂ ਕਿਹੜੇ ਡਾਟਾ ਪੁਆਇੰਟ ਹੋਣਗੇ, ਅਸੀਂ ਕਹਿ ਦਿੰਦੇ ਹਾਂ ਕਿ ਚਲੋ X1 ਤੋਂ ਲੈ ਕੇ X10 ਤੱਕ ਡਾਟਾ ਅਸੀਂ ਇਕੱਠਾ ਕਰਦੇ ਹਾਂ। ਸੋ X1 X2 X3 X4 X10, ਅਤੇ ਕਿਉਂਕਿ ਸਾਨੂੰ ਪਤਾ ਨਹੀਂ ਹੋ ਸਕਦਾ ਉਹ XB ਵੀ ਹੋਵੇ, X25 X50 X100 ਤੱਕ ਡਾਟਾ ਚੱਲਦਾ ਹੋਵੇ, ਅਤੇ ਇਸ ਲਈ ਕਿਉਂਕਿ ਸਾਨੂੰ ਪਤਾ ਨਹੀਂ, ਅਸੀਂ ਐਂਡ 'ਤੇ XN ਲੈ ਲੈਂਦੇ ਹਾਂ। ਜਿਹੜਾ N ਹੁੰਦਾ ਵਾ ਇਹ ਨੈਚੁਰਲ ਨੰਬਰ ਹੁੰਦਾ, ਪ੍ਰਾਕ੍ਰਿਤਿਕ ਸੰਖਿਆ ਹੁੰਦੀ ਆ, ਮਤਲਬ ਕਿ ਇਹ ਦਸ਼ਮਲਵ ਦੇ ਵਿੱਚ ਜਾਂ ਬਟਿਆਂ ਵਿੱਚ ਜਾਂ ਘਟਾਓ ਵਾਲਾ ਨੰਬਰ ਨਹੀਂ ਹੋ ਸਕਦਾ, ਇਹ ਸਬੂਤਾ ਨੰਬਰ ਹੀ ਹੋਊਗਾ। 1 2 3 4 50 100 75 125 200 1000 ਲੱਖ, ਇੱਦਾਂ ਦਾ ਕੋਈ ਵੀ ਸਬੂਤਾ ਨੰਬਰ ਹੋਊਗਾ, ਦਸ਼ਮਲਵ ਨਹੀਂ ਹੋਊਗਾ, ਘਟਾਓ ਨਹੀਂ ਹੋ ਸਕਦਾ, ਕਿਉਂਕਿ ਇਹ ਡਾਟਾ ਦੀ ਗਿਣਤੀ ਆ, ਇਹ ਗਿਣਤੀ ਆ, ਪਹਿਲਾ ਦੂਜਾ ਤੀਜਾ ਚੌਥਾ ਐਂਡ ਸੋ ਔਨ। ਇਸ ਲਈ ਫਿਰ ਅਸੀਂ ਸਾਰੇ ਡਾਟਾ ਪੁਆਇੰਟਾਂ ਨੂੰ ਜਮ੍ਹਾਂ ਕਰਕੇ ਅਤੇ ਟੋਟਲ ਕਿੰਨੇ ਜਾਣੇ ਸੀ, N ਜਾਣੇ ਸੀ, N ਜਾਣਿਆਂ ਦੇ ਨਾਲ ਇਹਨੂੰ ਡਿਵਾਈਡ ਕਰ ਦਿੰਦੇ ਹਾਂ, ਤਾਂ ਇਹ ਜਿਹੜਾ ਵੀ ਡਾਟਾ ਹੋਊਗਾ ਉਹਦੀ ਫਿਰ ਐਵਰੇਜ ਆਪਣੇ ਕੋਲ ਆ ਜਾਂਦੀ ਹੈ। ਸੋ ਇਹਨੂੰ ਅਸੀਂ ਐਵਰੇਜ ਕਹਿੰਦੇ ਹਾਂ। ਹੁਣ ਐਵਰੇਜ ਸਪੀਡ ਤੋਂ ਕੀ ਭਾਵ ਆ, ਬੇਸਿਕਲੀ ਅਸੀਂ ਕੀ ਕਹਿੰਦੇ ਹਾਂ, ਜਿਹੜੀ ਸਪੀਡ ਦੀ ਡੈਫੀਨੇਸ਼ਨ ਆ ਉਹ ਕੀ ਹੈਗੀ ਆ ਕਿ 1 ਸਕਿੰਟ ਵਿੱਚ ਜਿਹੜੀ ਦੂਰੀ ਤੈਅ ਕੀਤੀ ਜਾਂਦੀ ਆ ਉਹਨੂੰ ਆਪਾਂ ਸਪੀਡ ਕਹਿੰਦੇ ਹਾਂ। ਮਤਲਬ ਤੁਸੀਂ ਇਹਨੂੰ ਸਪੀਡ ਨੂੰ ਇੱਦਾਂ ਵੀ ਲਿਖ ਸਕਦੇ ਹੋ, ਸਪੀਡ ਜਿਹੜੀ ਹੈਗੀ ਆ ਉਹ ਡਿਸਟੈਂਸ ਬਟਾ ਟਾਈਮ ਹੁੰਦੀ ਆ, ਡਿਸਟੈਂਸ ਓਵਰ ਟਾਈਮ। ਸੋ 1 ਸੈਕਿੰਡ ਵਿੱਚ ਤੈਅ ਕੀਤੀ ਹੋਈ ਦੂਰੀ, ਸੋ ਡਿਸਟੈਂਸ ਕਵਰਡ ਇਨ, ਸੋ ਡਿਸਟੈਂਸ covered in 1 second is equal to speed. So speed is distance over time. So this is distance per unit time. So ਮਤਲਬ ਕਹਿਣ ਦੇ, ਬੋਲਣ ਦੇ, ਸ਼ਬਦਾਂ ਦੇ ਇੱਧਰ ਉੱਧਰ ਕਰਕੇ ਮਤਲਬ ਸਾਰੀਆਂ ਗੱਲਾਂ ਦਾ ਉਹੀ ਹੁੰਦਾ ਵਾ। ਸੋ ਜਾਂ ਟਾਈਮ ਰੇਟ ਆਫ ਚੇਂਜ ਆਫ ਡਿਸਟੈਂਸ, ਸੋ ਜਿੱਦਾਂ ਵੀ ਤੁਸੀਂ ਕਹਿੰਦੇ ਆ। ਸੋ ਬਿਲਕੁਲ ਸਿੰਪਲੀਫਾਈਡ ਜੇ ਉਹਨੂੰ ਸਰਲ ਭਾਸ਼ਾ 'ਚ ਕਹਿਣਾ ਆ ਤਾਂ 1 ਸਕਿੰਟ ਦੇ ਵਿੱਚ ਤੈਅ ਕੀਤੀ ਹੋਈ ਦੂਰੀ ਨੂੰ ਅਸੀਂ ਸਪੀਡ ਕਹਿੰਦੇ ਹਾਂ। ਮਤਲਬ ਸਾਰੀਆਂ ਗੱਲਾਂ ਦਾ, ਜਿੰਨੀਆਂ ਵੀ ਤੁਸੀਂ ਸਪੀਡ ਦੀਆਂ ਡੈਫੀਨੇਸ਼ਨਸ ਪੜ੍ਹਦੇ ਹੋ, ਉਹ ਸਾਰੀਆਂ ਦਾ ਮਤਲਬ ਇਹੀ ਹੁੰਦਾ ਆ। ਸੋ 1 ਸੈਕਿੰਡ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਸਪੀਡ ਕਿਹਾ ਗਿਆ। ਇਹ ਤਾਂ ਹੋ ਗਿਆ ਵੀ ਸਪੀਡ ਕਹਿਤਾ। ਹੁਣ ਅਸੀਂ ਟਾਈਮ ਦਾ ਇੱਕ ਗ੍ਰਾਫ ਜਾਂ ਇੱਕ ਮਤਲਬ ਟਾਈਮ ਦੇ ਬਾਰੇ ਅਸੀਂ ਇੱਥੇ ਬਣਾਉਂਦੇ ਹਾਂ। ਮੰਨ ਲਓ ਕਿ ਅਸੀਂ ਟਾਈਮ ਨੋਟ ਕਰਦੇ ਹਾਂ, ਉਹਦੀਆਂ ਗ੍ਰਾਫ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਵੀ ਟਾਈਮ ਇੱਥੇ 0 ਆ, ਸੋ ਆਹ ਮੰਨ ਲਓ ਟਾਈਮ ਆ, ਇੱਥੇ ਟਾਈਮ 0 ਸੈਕਿੰਡ ਆ, ਇੱਥੇ ਟਾਈਮ 1 ਸੈਕਿੰਡ ਆ, ਟਾਈਮ 2 ਸੈਕਿੰਡ ਆ, ਟਾਈਮ 3 ਸੈਕਿੰਡ ਆ, ਟਾਈਮ 4 ਸੈਕਿੰਡ ਆ, ਐਂਡ ਸੋ ਔਨ। ਸੋ ਇੱਦਾਂ ਕਰਕੇ ਆਪਣੇ ਕੋਲ ਟਾਈਮ ਦੇ ਜਿਹੜੇ ਆਪਾਂ ਮਾਰਕਸ ਲਗਾਉਂਦੇ ਹਾਂ ਇੱਕ ਜਗ੍ਹਾ 'ਤੇ, ਮੰਨ ਲਓ ਅਸੀਂ ਟਾਈਮ ਨੋਟ ਕੀਤਾ ਇਹਨਾਂ ਥਾਵਾਂ 'ਤੇ।
ਇੱਕ ਇੱਕ ਸੈਕਿੰਡ ਦੇ ਫਰਕ ਤੇ ਅਸੀਂ ਪਤਾ ਕਰਨਾ ਚਾਹੁੰਦੇ ਹਾਂ। ਅਸਲ ਵਿੱਚ ਇਹ ਮਤਲਬ ਆ ਕਿ ਅਸੀਂ ਉਹਨੂੰ ਜਿਹੜੀ ਚੀਜ਼ ਨੂੰ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਟਾਈਮ ਦੇ ਅਨੁਸਾਰ ਵੀ ਟਾਈਮ ਵੱਧ ਰਿਹਾ ਇੱਧਰ ਨੂੰ, ਤੇ ਅਸੀਂ ਸਪੀਡ ਦੇ ਵਿੱਚ ਅਸੀਂ ਕੀ ਕਹਿ ਰਹੇ ਸੀ ਕਿ 1 ਸੈਕਿੰਡ 'ਚ ਤੈਅ ਕੀਤੀ ਦੂਰੀ, ਇਹਦਾ ਮਤਲਬ ਅਸੀਂ ਦੂਰੀ ਪਤਾ ਕਰਾਂਗੇ ਪਹਿਲੋਂ ਤਾਂ, ਕਿਉਂਕਿ ਬੇਸਿਕ ਗੱਲ ਤਾਂ ਦੂਰੀ ਆ। ਅਸਲ ਵਿੱਚ ਤਾਂ ਚੀਜ਼ ਕੋਈ ਵਸਤੂ ਕੋਈ ਵੀ ਜਿਹੜੀ ਪਿੰਡ ਆ ਉਹ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦਾ, ਅਤੇ ਅਸੀਂ ਇਹ ਦੇਖਣਾ ਕਿ ਉਹ 1 ਸੈਕਿੰਡ 'ਚ ਕਿੰਨੀ ਦੂਰ ਜਾਂਦਾ। ਹੁਣ ਇੱਥੋਂ ਲੈ ਕੇ ਇੱਥੋਂ ਤੱਕ 1 ਸੈਕਿੰਡ ਬੀਤ ਗਿਆ। ਦੇਖੋ ਜਿਹੜੀ ਇੰਨੀ ਜਗ੍ਹਾ ਆ 1 ਸਕਿੰਟ ਨੂੰ ਦੱਸਦੀ ਆ, ਇਹਦਾ ਮਤਲਬ ਇੰਨੀ ਜਗ੍ਹਾ ਅੱਧੇ ਸਕਿੰਟ ਨੂੰ ਦੱਸਦੀ ਆ, ਇਹਦਾ ਮਤਲਬ ਇੰਨੀ ਜਗ੍ਹਾ 1/4 ਸਕਿੰਟ ਨੂੰ ਦੱਸਦੀ ਆ। ਸੋ ਮੇਰੇ ਖਿਆਲ ਇਹ ਗੱਲ ਕਲੀਅਰ ਆਪਾਂ ਨੂੰ। ਸੋ ਜੇ ਇੱਥੋਂ ਲੈ ਕੇ ਇੱਥੋਂ ਤੱਕ 1 ਸਕਿੰਟ ਹੋਊਗਾ ਤਾਂ ਇੱਥੇ ਤੱਕ ਅੱਧਾ ਸਕਿੰਟ ਹੀ ਹੋਊਗਾ ਲਗਭਗ, ਤਾਂ ਇੱਥੇ ਤੱਕ 1/4 ਮਤਲਬ 0.25 ਸਕਿੰਟ ਹੋਊਗਾ। ਸੋ ਇਹਦੇ ਮਤਲਬ ਤੁਸੀਂ 10 ਟੁਕੜੇ ਕਰਕੇ ਤਾਂ 0.1 0.2 0.3 0.4 ਐਟਸੈਟਰਾ 1 ਸੈਕਿੰਡ ਪੂਰਾ ਕਰ ਸਕਦੇ ਹੋ, ਤਾਂ ਤੁਸੀਂ ਆਪ ਸਕੇਲ ਬਣਾਈ ਆ। ਅਸੀਂ ਹੁਣ ਦੇਖਣਾ ਕਿ 1 ਸੈਕਿੰਡ ਵਿੱਚ ਉਹ ਵਸਤੂ ਨੇ ਕਿੰਨੀ ਦੂਰੀ ਤੈਅ ਕੀਤੀ। ਉਹ ਵਸਤੂ ਜਿਹੜੀ ਹੈਗੀ ਆ ਉਹ ਦੂਰੀ ਮੰਨ ਲਓ ਪ੍ਰੈਕਟੀਕਲੀ ਉਹ ਵਸਤੂ ਕਿਸੇ ਰਸਤੇ 'ਤੇ ਚੱਲਦੀ ਹੋਣੀ ਆ, ਕਿਉਂਕਿ ਆਪਾਂ ਮੋਸ਼ਨ ਇਨ ਸਟ੍ਰੇਟ ਲਾਈਨ ਦੀ ਉਹੀ ਗੱਲ ਕਰਦੇ ਪਏ, ਸਾਡੇ ਚੈਪਟਰ ਦਾ ਨਾਂ ਹੀ ਮੋਸ਼ਨ ਇਨ ਸਟ੍ਰੇਟ ਲਾਈਨ ਆ। ਸੋ ਆਪਾਂ ਇੱਕ ਸਿੱਧਾ ਰਸਤਾ ਬਣਾ ਲੈਂਦੇ ਹਾਂ। ਮੰਨ ਲਓ ਕਿ ਇੱਕ ਸਾਡੇ ਕੋਲ ਸਿੱਧਾ ਰਸਤਾ ਆ, ਇਹ ਵਾਲਾ ਸੱਚੀ ਮੁੱਚੀ ਵਾਲਾ ਰਸਤਾ ਆ, ਇਹ ਇੱਕ ਜਿੱਥੇ ਕਿ ਕੋਈ ਵਸਤੂ ਜਿਹੜੀ ਆ ਉਹ ਇਸ ਸੜਕ ਦੇ ਉੱਤੇ ਤੁਰੀ ਜਾਂਦੀ ਆ, ਇੱਥੇ ਕੋਈ ਬੋਡੀ ਆ ਜਿਹੜੀ ਕਿ ਮੂਵ ਕਰਦੀ ਪਈ ਆ। ਠੀਕ ਆ, ਅਸੀਂ ਇਹ ਬੋਡੀ ਦੇ ਉੱਤੇ ਕੈਮਰੇ ਫਿੱਟ ਕਰਤੇ, ਮੂਵੀ ਬਣਾਉਣ ਲੱਗ ਗਏ, ਇਹਦਾ ਟਾਈਮ ਨੋਟ ਕਰੀ ਜਾਂਦੇ ਹਾਂ। ਜੋ ਵੀ ਸਾਡੇ ਕੋਲ ਤਰੀਕਾ ਹੈਗਾ ਅਸੀਂ ਇਹਨੂੰ ਦੇਖੀ ਜਾਂਦੇ, ਇਹਦੀ ਫੋਟੋ ਖਿੱਚੀ ਜਾਂਦੇ ਹਾਂ, ਅਤੇ ਅਸੀਂ ਦੇਖਦੇ ਪਏ ਹਾਂ ਕਿ ਵੀ ਇਹ ਵਸਤੂ ਇੱਥੇ ਸੀ, ਫਿਰ ਇੱਥੇ ਪਹੁੰਚ ਗਈ, ਫਿਰ ਇੱਥੇ ਪਹੁੰਚ ਗਈ, ਫਿਰ ਇੱਥੇ ਪਹੁੰਚ ਗਈ। ਤਾਂ ਅਸੀਂ ਇਕੱਲੇ ਸੈਕਿੰਡ 'ਤੇ ਇਹਦਾ ਹਿਸਾਬ ਕਿਤਾਬ ਰੱਖਦੇ ਪਏ ਵੀ ਕਿੰਨੀ ਦੂਰ ਇਹ ਜਾਂਦੀ ਪਈ ਸੜਕ ਦੇ ਉੱਪਰ। ਉਹਨੂੰ ਅਸੀਂ ਟਾਈਮ 'ਤੇ ਦੋਨੋਂ ਚੀਜ਼ਾਂ ਨੂੰ ਇਕੱਠੀਆਂ ਬਣਾਉਣ ਲੱਗੇ ਹਾਂ ਹੁਣ ਇੱਥੇ ਇਸੇ ਲਾਈਨ ਦੇ ਉੱਪਰ ਇੱਕ ਅਲੱਗ ਗ੍ਰਾਫ ਦੇ ਤੌਰ 'ਤੇ, ਕਿ ਮੰਨ ਲਓ ਕਿ ਉਹ ਵਾਲੀ ਵਸਤੂ ਜਿਹੜੀ ਸੀਗੀ ਜਦੋਂ ਗੱਲ ਸ਼ੁਰੂ ਹੋਈ, ਬੋਡੀ ਨੇ ਮੋਸ਼ਨ ਸ਼ੁਰੂ ਕੀਤੀ, ਤਾਂ ਉਹਨੇ 1 ਸੈਕਿੰਡ ਦੇ ਸਮੇਂ ਦੇ ਵਿੱਚ ਉਹ ਵਾਲੀ ਵਸਤੂ ਜਦੋਂ ਸ਼ੁਰੂ ਹੋਊਗੀ ਤਾਂ ਉਹ ਕਿਸੇ ਜਗ੍ਹਾ 'ਤੇ ਤਾਂ ਪਹੁੰਚੂਗੀ। ਆਪਾਂ ਮੰਨ ਲੈਂਦੇ ਹਾਂ ਕਿ ਵੀ ਉਹ 2 ਜਿਹੜੀ ਸੈਂਟੀਮੀਟਰ ਆਪਾਂ ਆਪਣੇ ਸਮਝਣ ਲਈ, ਚਲੋ ਮੀਟਰ 'ਚ ਲੈ ਲੈਂਦੇ ਹਾਂ, ਬੇਸ਼ੱਕ ਉਹ ਪ੍ਰੈਕਟੀਕਲ ਹੋਵੇ ਜਾਂ ਨਾ ਹੋਵੇ, ਪਰ ਸਮਝਣ ਲਈ ਆਪਾਂ ਮੰਨ ਲੈਂਦੇ ਹਾਂ ਕਿ 1 ਸੈਕਿੰਡ ਵਿੱਚ ਉਹ ਵਸਤੂ ਜਿਹੜੀ 1 ਸੈਕਿੰਡ ਸਮਾਂ ਬੀਤਿਆ ਜਦੋਂ ਘੜੀ ਦੇ ਵਿੱਚ 1 ਸੈਕਿੰਡ ਹੋਇਆ। ਮਤਲਬ ਘੜੀ ਦੇ 1 ਸੈਕਿੰਡ ਨੂੰ ਆਪਾਂ ਇੱਦਾਂ ਬਣਾਉਂਦੇ ਪਏ ਹਾਂ, ਘੜੀ ਦਾ 1 ਸੈਕਿੰਡ, ਘੜੀ ਵਿੱਚ 1 ਸੈਕਿੰਡ ਬੀਤਿਆ ਅਤੇ ਵਸਤੂ ਜਿਹੜੀ ਉਹ ਕਿੰਨੀ ਦੂਰ ਚੱਲ ਗਈ। ਮੰਨ ਲਓ ਕਿ ਉਹ 2 ਮੀਟਰ ਦੂਰ ਚੱਲ ਗਈ, ਮਤਲਬ ਇੰਨੇ ਸਮੇਂ ਦੇ ਵਿੱਚ ਉਹ 2 ਮੀਟਰ ਦੂਰ ਚਲੀ ਗਈ। ਮੰਨ ਲਓ ਕਿ ਜਿਹੜੇ ਮਾਰਕਿੰਗ ਹੈਗੀਆਂ 0 ਮਾਰਕਿੰਗ ਆ, 1 ਮਾਰਕਿੰਗ ਆ, 2 ਮਾਰਕਿੰਗ ਆ, ਮਤਲਬ ਮੀਟਰਾਂ ਦੇ ਵਿੱਚ ਆ, 3 4 5 6 7 8 9 10 11 12 13। ਹੁਣ ਇਹਦਾ ਮਤਲਬ ਆਪਾਂ ਕੀ ਕਿਹਾ ਕਿ ਉਹ ਵਸਤੂ ਜਿਹੜੀ 1 ਸੈਕਿੰਡ 'ਚ ਇੱਥੇ ਪਹੁੰਚ ਗਈ, ਮਤਲਬ 2 ਮੀਟਰ ਵਾਲੇ ਪੁਆਇੰਟ 'ਤੇ ਆ ਗਈ। ਫਿਰ 1 ਸੈਕਿੰਡ ਬੀਤਿਆ ਅਤੇ ਉਹ ਵਸਤੂ ਮੰਨ ਲਓ ਇੱਥੇ ਪਹੁੰਚ ਗਈ। ਠੀਕ ਆ, ਹੁਣ 6 ਮੀਟਰ ਵਾਲੇ, ਇਹਦਾ ਮਤਲਬ 2 ਤੋਂ ਲੈ ਕੇ 6 ਤੱਕ ਪਹੁੰਚੀ ਜਦੋਂ, ਤਾਂ ਉਹਨੇ ਕਿੰਨੀ ਦੂਰੀ ਤੈਅ ਕੀਤੀ, 6 ਚੋਂ 2 ਘਟਾ ਲਓ, ਸੋ 4। ਇਹਦਾ ਮਤਲਬ ਹੁਣ ਅਗਲੇ ਸੈਕਿੰਡ ਵਿੱਚ ਉਹਨੇ ਕਿੰਨੀ ਦੂਰੀ ਤੈਅ ਕੀਤੀ, ਉਹਨੇ 4 ਮੀਟਰ ਦੂਰੀ ਤੈਅ ਕੀਤੀ। ਇੱਦਾਂ ਹੀ ਉਹਨੇ ਅੱਗੇ ਤੁਸੀਂ ਚੱਲ ਸਕਦੇ ਹੋ, ਇੱਦਾਂ ਹੀ ਮੈਂ ਰੈਂਡਮਲੀ ਕੁਛ ਵੀ ਲਿਖ ਦਿੰਦਾ। ਉਹਨੇ ਮੰਨ ਲਓ ਇੱਥੇ 3 ਮੀਟਰ ਦੂਰੀ ਤੈਅ ਕੀਤੀ, ਮੰਨ ਲਓ ਉੱਥੇ ਅਗਲੇ ਸੈਕਿੰਡ ਦੇ ਵਿੱਚ ਉਹਨੇ 2 ਮੀਟਰ ਦੂਰੀ ਤੈਅ ਕੀਤੀ, ਅਗਲੇ ਦੇ ਵਿੱਚ ਉਹਨੇ ਜਿਹੜੀ ਹੈਗੀ ਆ ਮੰਨ ਲਓ 4 ਮੀਟਰ ਦੂਰੀ ਤੈਅ ਕੀਤੀ, ਅਗਲੇ ਦੇ ਵਿੱਚ ਉਹਨੇ ਮੰਨ ਲਓ 5 ਮੀਟਰ ਦੂਰੀ ਤੈਅ ਕੀਤੀ ਹੋਣੀ ਆ, ਇੱਥੇ ਮੰਨ ਲਓ ਉਹਨੇ 4.5 ਮੀਟਰ ਦੂਰੀ ਤੈਅ ਕੀਤੀ ਹੋਣੀ ਆ, ਕਿਉਂਕਿ ਦੂਰੀ ਤਾਂ ਕੁਛ ਵੀ ਤੈਅ ਕੀਤੀ ਜਾ ਸਕਦੀ, ਪੁਆਇੰਟਾਂ 'ਚ ਵੀ ਹੋ ਸਕਦੀ ਆ। ਆਪਾਂ ਫੋਰ ਕਨਵੀਨੀਅੰਸ ਡੈਸੀਮਲ ਨਹੀਂ ਲੈ ਰਹੇ ਸੀਗੇ, ਆਪਾਂ ਲੈ ਵੀ ਸਕਦੇ ਹਾਂ। ਸੋ ਇੱਥੇ ਮੰਨ ਲਓ ਉਹਨੇ ਬਹੁਤ ਤੇਜ਼ ਹੋ ਗਈ, ਮੰਨ ਲਓ 7 ਮੀਟਰ ਦੂਰੀ ਤੈਅ ਕਰ ਲਈ ਹੋਣੀ ਆ। ਸੋ ਇਹਦਾ ਮਤਲਬ ਉਹਨੇ ਅਲੱਗ-ਅਲੱਗ ਸੈਕਿੰਡ ਵਿੱਚ ਅਲੱਗ-ਅਲੱਗ ਤਰ੍ਹਾਂ ਦੂਰੀ ਤੈਅ ਕੀਤੀ। ਸੋ ਅਲੱਗ-ਅਲੱਗ ਸੈਕਿੰਡ ਦੇ ਵਿੱਚ ਹਰ 1 ਸੈਕਿੰਡ ਦੇ ਵਿੱਚ ਉਹਦੀ ਇਕੱਲੀ ਦੂਰੀ ਦਾ ਧਿਆਨ ਰੱਖਿਆ ਗਿਆ, ਉਹਦੇ 1 ਸੈਕਿੰਡ ਦਾ ਹਿਸਾਬ ਰੱਖਿਆ ਗਿਆ ਵੀ 1 ਸੈਕਿੰਡ ਵਿੱਚ ਉਹਨੇ ਕਿੰਨੀ ਦੂਰੀ ਤੈਅ ਕੀਤੀ। ਇਹਦਾ ਮਤਲਬ ਉਹਦੀ ਸਪੀਡ ਇਸ ਜਗ੍ਹਾ 'ਤੇ, ਕਿਉਂਕਿ ਵਾਲੀ ਡੈਫੀਨੇਸ਼ਨ ਆ ਸਪੀਡ ਦੀ, ਵਾਲੀ ਜਿਹੜੀ ਡੈਫੀਨੇਸ਼ਨ ਵੀ 1 ਸੈਕਿੰਡ ਵਿੱਚ ਜਿਹੜੀ ਉਹ ਕਿੰਨੀ ਦੂਰੀ ਤੈਅ ਕੀਤੀ ਉਹਨੂੰ ਸਪੀਡ ਕਿਹਾ ਜਾਂਦਾ। ਸੋ 1 ਸੈਕਿੰਡ ਵਿੱਚ ਕਿੰਨੀ ਦੂਰੀ ਤੈਅ ਕੀਤੀ, 2 ਮੀਟਰ। ਇਹਦਾ ਮਤਲਬ ਇੱਥੇ ਇਹਦੀ ਸਪੀਡ ਕਿੰਨੀ ਬਣੀ, 2 ਮੀਟਰ ਪਰ ਸੈਕਿੰਡ। ਵਾਲੇ ਸੈਕਿੰਡ 'ਚ ਇਹਦੀ ਸਪੀਡ ਕਿੰਨੀ ਬਣੀ, 4 ਮੀਟਰ ਪਰ ਸੈਕਿੰਡ। ਵਾਲੇ 'ਚ ਇਹਦੀ ਬਣੀ 3 ਮੀਟਰ ਪਰ ਸੈਕਿੰਡ, 2 ਮੀਟਰ ਪਰ ਸੈਕਿੰਡ, 4 ਮੀਟਰ ਪਰ ਸੈਕਿੰਡ, 5 ਮੀਟਰ ਪਰ ਸੈਕਿੰਡ, 4.5 ਮੀਟਰ ਪਰ ਸੈਕਿੰਡ, 7 ਮੀਟਰ ਪਰ ਸੈਕਿੰਡ। ਸੋ ਇਹਦਾ ਮਤਲਬ ਜੇ ਡਿਸਟੈਂਸਿਸ ਸੀਗੇ ਵੀ ਉਹਨੇ ਕਿੰਨੀ ਦੂਰੀਆਂ ਤੈਅ ਕੀਤੀਆਂ, ਉਹਦੀ ਸਪੀਡ ਬਣੀ। ਇਹਦਾ ਮਤਲਬ ਉਹਦੀ ਸਪੀਡ ਤੁਹਾਨੂੰ ਦਿਖ ਰਿਹਾ ਵਾ ਨੰਬਰਾਂ ਤੋਂ ਕਿ ਵੇਰੀਏਬਲ ਸਪੀਡ ਆ, ਇਹ ਕੌਨਸਟੈਂਟ ਸਪੀਡ ਨਹੀਂ ਹੈਗੀ, ਵੱਖਰੀ ਸਪੀਡ ਆ ਰਹੀ ਆ।
ਇਹਦਾ ਮਤਲਬ ਆ ਕਿ ਆਪਾਂ ਜੇ ਕਹਿਣਾ ਹੋਵੇ ਕਿ ਵੀ ਉਹ ਵਾਲੀ ਵਸਤੂ ਨੇ 8 ਸੈਕਿੰਡ ਵਿੱਚ ਟੋਟਲ ਕਿੰਨੀ ਦੂਰੀ ਤੈਅ ਕੀਤੀ, ਤਾਂ ਜੇ ਅਸੀਂ ਉਹ ਦੇਖ ਲਈਏ ਵੀ ਟੋਟਲ ਦੂਰੀ ਕਿੰਨੀ ਆ, ਟੋਟਲ ਦੂਰੀ ਉਹਨੇ ਕਿੰਨੀ ਤੈਅ ਕੀਤੀ, 2 ਤੈਅ ਕੀਤੀ, ਜਮਾ 4 ਜਮਾ 3 ਜਮਾ 2 ਜਮਾ 4 ਜਮਾ 5 ਜਮਾ 4.5 ਜਮਾ 7। ਸੋ ਆਹ ਟੋਟਲ ਦੂਰੀ ਤੈਅ ਕੀਤੀ ਤੇ ਟਾਈਮ ਕਿੰਨਾ ਲਾਇਆ ਉਹਨੇ, ਆਹ 0 ਸੈਕਿੰਡ ਸੀ, 0 ਤੋਂ ਲੈ ਕੇ 8 ਸੈਕਿੰਡ ਤੱਕ ਉਹਨੇ ਕੀਤਾ ਇਹ ਸਾਰਾ ਕੁਛ। ਤੇ ਟੋਟਲ ਟਾਈਮ ਕਿੰਨਾ ਲੱਗਾ, ਟੋਟਲ ਟਾਈਮ ਲੱਗਾ 8। ਠੀਕ ਆ। ਸੋ ਟੋਟਲ ਦੂਰੀ, ਕੁੱਲ ਦੂਰੀ ਤੇ ਕੁੱਲ ਸਮਾਂ। ਸੋ ਟੋਟਲ ਡਿਸਟੈਂਸ ਤੇ ਟੋਟਲ ਟਾਈਮ ਜੇ ਅਸੀਂ ਇਹਨੂੰ ਲੈਂਦੇ ਹਾਂ ਵੀ ਵਿਲ ਗੈਟ ਐਵਰੇਜ ਸਪੀਡ। ਸੋ ਇਹਦੇ ਵਿੱਚ ਆਪਾਂ ਨੇ ਕੀ ਕੀਤਾ, ਟੋਟਲ ਡਿਸਟੈਂਸ ਲੈ ਕੇ ਟੋਟਲ ਟਾਈਮ ਦੇ ਨਾਲ ਉਹਨੂੰ ਡਿਵਾਈਡ ਕੀਤਾ, ਤਾਂ ਉਹ ਸਾਡੇ ਕੋਲ ਇੱਕ ਤਰ੍ਹਾਂ ਦੀ ਔਸਤ ਜਿਹੜੀ ਹੈਗੀ ਆ ਉਹ ਆ ਗਈ। ਤਾਂ ਇਹਨੂੰ ਤੁਸੀਂ ਜਮ੍ਹਾਂ ਕਰਕੇ ਜੋ ਵੀ ਆਨਸਰ ਆਊਗਾ ਦੈਟ ਯੂ ਕੈਨ ਕੈਲਕੂਲੇਟ, ਜਮ੍ਹਾਂ ਘਟਾ ਤੁਹਾਨੂੰ ਆਉਂਦਾ, ਤਕਸੀਮ ਕਰਨਾ ਆਉਂਦਾ, ਡਿਵਾਈਡ ਕਰਨਾ ਆਉਂਦਾ। ਸੋ ਮੈਂ ਉਸ ਚੱਕਰ 'ਚ ਨਹੀਂ ਪੈਂਦਾ, ਬੇਸਿਕ ਕਨਸੈਪਟ ਸਮਝਣਾ ਆਪਾਂ ਨੇ ਕਿ ਕੁੱਲ ਦੂਰੀ ਬਟਾ ਕੁੱਲ ਜਿਹੜਾ ਸਮਾਂ ਆ ਉਹ ਕਰਕੇ ਸਾਡੇ ਕੋਲ ਜਿਹੜਾ ਵੀ ਆਨਸਰ ਆਊਗਾ, ਸੋ ਦੈਟ ਵਿਲ ਬੀ ਯੂਅਰ ਐਵਰੇਜ ਸਪੀਡ। ਹੁਣ ਇਹ ਵਾਲੀ ਗੱਲ ਨੂੰ ਤੁਸੀਂ ਥੋੜ੍ਹਾ ਜਿਹਾ ਇਸ ਤਰ੍ਹਾਂ ਸਮਝ ਸਕਦੇ ਹੋ, ਜਿੱਦਾਂ ਮੰਨ ਲਓ ਕਿ ਇੱਕ ਮੈਚ ਚੱਲਿਆ, ਜਿੱਦਾਂ ਕ੍ਰਿਕਟ ਦਾ ਮੈਚ ਹੁੰਦਾ ਵਾ, ਕ੍ਰਿਕਟ ਦੇ ਮੈਚ ਦੇ ਵਿੱਚ ਓਵਰਸ ਹੁੰਦੇ ਆ ਹੈ ਨਾ, ਓਵਰ। ਸੋ ਉਹਦੇ ਵਿੱਚ ਫਸਟ ਓਵਰ ਹੋਇਆ, ਸੈਕਿੰਡ ਓਵਰ ਹੋਇਆ, ਥਰਡ ਓਵਰ ਹੋਇਆ, 4 ਓਵਰ, 5 ਓਵਰ। ਸੋ 5 ਓਵਰ ਹੋਏ ਮੰਨ ਲਓ, ਅਤੇ ਪਹਿਲੇ ਓਵਰ ਦੇ ਵਿੱਚ 6 ਵਾਰੀ ਗੇਂਦ ਸੁੱਟੀ ਜਾਂਦੀ, 6 ਬਾਲਸ। ਸੋ ਹਰੇਕ ਦੇ ਵਿੱਚ 6 ਹੀ ਹੁੰਦੀਆਂ ਆ, 6 ਹੀ ਹੁੰਦੀਆਂ ਆ, 6 ਹੀ ਹੁੰਦੀਆਂ, 6 ਹੀ ਹੁੰਦੀਆਂ। ਹੁਣ ਮੰਨ ਲਓ ਕਿ ਫਸਟ ਓਵਰ ਜਦੋਂ ਥਰੋ ਕੀਤਾ ਗਿਆ ਤਾਂ ਜਿਹੜਾ ਬੈਟਸਮੈਨ ਸੀਗਾ ਉਹਨੇ ਕਿੰਨੇ ਸਕੋਰ ਬਣਾਏ ਹੋਣਗੇ, ਉਹਨੇ ਮੰਨ ਲਓ ਸਕੋਰ ਬਣਾ ਲਏ, ਮੰਨ ਲਓ ਕਿ 5 ਸਕੋਰਸ ਬਣਾ ਲਏ। ਸੈਕਿੰਡ ਓਵਰ ਜਦੋਂ ਚੱਲਿਆ ਉਦੋਂ ਉਹਨੇ ਕਿੰਨੇ ਸਕੋਰਸ ਬਣਾ ਲਏ, ਉਹਨੇ ਮੰਨ ਲਓ 4 ਸਕੋਰਸ ਬਣਾ ਲਏ। ਦੈਨ ਉਹਨੇ 10 ਬਣਾ ਲਏ, ਦੈਨ ਉਹਨੇ 1 ਬਣਾਇਆ, ਦੈਨ ਉਹਨੇ ਮੰਨ ਲਓ ਕਿ 10 ਫੇਰ ਬਣਾ ਲਏ। ਇਹਦਾ ਮਤਲਬ ਉਹਨੇ 5 ਓਵਰ ਖੇਡੇ, 5 ਓਵਰਾਂ 'ਚ ਉਹਨੇ ਕਿੰਨੇ ਸਕੋਰ ਬਣਾ ਲਏ। ਸੋ ਉਹਨੇ ਕਿੰਨੇ ਸਕੋਰ ਬਣਾ ਲਏ, 5 4 9 1 10 ਅਤੇ 30 ਬਣਾ ਲਏ ਉਹਨੇ ਸਕੋਰ, ਹੈ ਨਾ। ਅਤੇ ਓਵਰ ਕਿੰਨੇ ਹੋਏ, ਓਵਰ ਹੋਏ 5। ਇਹਦਾ ਮਤਲਬ ਤੁਸੀਂ ਉਹਦੀ ਐਵਰੇਜ ਕਿੱਦਾਂ ਕੱਢਦੇ ਹੋ, ਐਵਰੇਜ ਕੱਢਦੇ ਹੋ ਟੋਟਲ ਸਕੋਰ ਓਵਰ ਟੋਟਲ ਓਵਰਸ। ਸੋ ਟੋਟਲ ਸਕੋਰ ਕਿੰਨੇ ਆ 30 ਅਤੇ ਟੋਟਲ ਓਵਰ ਕਿੰਨੇ ਆ 5। ਇਹਦਾ ਪਰ ਓਵਰ ਕਿੰਨੇ ਬਣੇ 6। ਸੋ 6 ਸਕੋਰ ਜਿਹੜੇ ਹੈਗੇ ਆ ਪਰ ਓਵਰ। ਸੋ ਹਰ ਇੱਕ ਓਵਰ ਦੇ ਵਿੱਚ ਉਹਨੇ 6 ਸਕੋਰ, ਪਰ 6 ਤਾਂ ਉਹਨੇ ਬਣਾਏ ਨਹੀਂ ਕਿਤੇ ਵੀ। ਸੋ ਹੱਥ ਤੁਸੀਂ ਦੇਖੋ 6 ਤਾਂ ਉਹਨੇ ਬਣਾਏ ਹੀ ਨਹੀਂ, ਪਰ ਜੇ ਉਹ 6 ਆਪਾਂ ਮੰਨੀਏ ਕਿ ਉਹਨੇ 6 ਹੀ ਬਣਾਏ, 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 ਇੰਨੇ ਨਹੀਂ ਬਣਾਏ ਉਹਨੇ, ਆਪਾਂ ਕਹਿੰਦੇ ਨਹੀਂ ਇੰਨੇ ਨਹੀਂ ਬਣਾਏ, ਇੰਨੇ ਬਣਾਏ, ਤਾਂ ਵੀ ਉਹਦਾ ਟੋਟਲ ਤਾਂ 30 ਹੀ ਆਇਆ ਨਾ, ਤਾਂ ਵੀ ਉਹਦਾ ਟੋਟਲ 30 ਆਇਆ। ਇਹਦਾ ਮਤਲਬ ਜਿਹੜੀ ਆਹ ਐਵਰੇਜ ਸਪੀਡ ਸਾਡੀ ਇੱਥੇ ਆਊਗੀ, ਜੇ ਤੁਸੀਂ ਇਹਨੂੰ ਕੈਲਕੂਲੇਟ ਕਰਨਾ ਵੀ ਚਾਹੋ ਤਾਂ ਆਪਾਂ ਕਰ ਲੈਂਦੇ ਹਾਂ। ਸੋ ਇਹ 4 5 6 3 9 10 11 ਅਤੇ 4 15 ਅਤੇ 5 20 20 ਅਤੇ 7 27 ਅਤੇ 3 30 ਅਤੇ 31.5। ਸੋ 31.5 ਬਟਾ 8 ਬਣਿਆ ਇਹ। ਸੋ 31.5 ਬਟਾ 8 ਅਤੇ 4 8 32 ਹੁੰਦਾ। ਸੋ 3.9 ਦੇ ਲਾਗੇ ਛਾਗੇ ਇਹਦਾ ਆਨਸਰ ਆ ਗਿਆ। ਸੋ 3.9 ਕਿਉਂਕਿ ਆਪਾਂ ਮੀਟਰ ਲੈ ਰਹੇ ਸੀਗੇ, ਮੀਟਰ ਪਰ ਸੈਕਿੰਡ। ਸੋ ਇਹ ਉਹਦੀ ਐਵਰੇਜ ਆਈ 3.9 ਮੀਟਰ ਪਰ ਸੈਕਿੰਡ। ਇਹਦਾ ਮਤਲਬ ਉਹ 8 ਸਕਿੰਟਾਂ ਦੇ ਵਿੱਚ ਕਿੰਨੀ ਦੂਰ ਜਾਂਦਾ ਵਾ, 8 ਸਕਿੰਟਾਂ ਦੇ ਵਿੱਚ ਉਹ 31.5 ਮੀਟਰ ਦੂਰ ਜਾਂਦਾ ਵਾ। ਇਹਦਾ ਮਤਲਬ ਹਰ ਇੱਕ ਸੈਕਿੰਡ 'ਚ ਵੱਖਰੀ ਵੱਖਰੀ ਦੂਰ ਗਿਆ ਸੀ, ਪਰ ਜੇ ਆਪਾਂ ਕਹੀਏ ਕਿ ਉਹ 3.9 ਮੀਟਰ ਦੂਰ ਹੀ ਜਾਈ ਜਾਵੇ, 3.9 ਮੀਟਰ ਦੂਰ ਹੀ ਜਾਈ ਜਾਵੇ, ਤਾਂ ਵੀ ਉਹ 8 ਸਕਿੰਟਾਂ ਦੇ ਵਿੱਚ ਉਨੀ ਦੂਰ 31.5 ਜਿਹੜਾ ਹੈਗਾ ਮੀਟਰ ਦੂਰ ਪਹੁੰਚ ਜਾਊਗਾ। ਸੋ ਇਹ ਗੱਲ ਜਿਹੜੀ ਹੈਗੀ ਆ ਇਹ ਆਪਾਂ ਨੇ ਸਿੱਖਣੀ ਆ। ਇੱਥੇ ਐਵਰੇਜ ਦਾ ਜਿਹੜਾ ਕਨਸੈਪਟ ਆ ਉਹ ਇਸ ਚੀਜ਼ ਨੂੰ ਦੱਸਦਾ ਹੈਗਾ। ਸੋ ਮੇਰੇ ਖਿਆਲ ਇਹ ਗੱਲ ਸਮਝ ਲੱਗ ਗਈ ਹੋਣੀ ਆ। ਇਹਦਾ ਜਿਹੜਾ ਪੈਰਲਲਿਜ਼ਮ ਹੈਗਾ ਓਵਰਸ ਦੇ ਨਾਲ, ਸੋ ਉਹ ਆਪਾਂ ਨੂੰ ਸਮਝ ਲੱਗ ਗਿਆ ਹੋਣਾ। ਸੋ ਇਹੀ ਕਨਸੈਪਟ ਜਿਹੜਾ ਐਵਰੇਜ ਸਪੀਡ ਦਾ ਹੈਗਾ, ਮਤਲਬ ਕਿ ਹਰ ਸੈਕਿੰਡ ਵਿੱਚ ਉਹਦੀ ਸਪੀਡ ਵੱਖਰੀ ਆ, ਮੀਨਸ ਵੇਰੀਏਬਲ ਸਪੀਡ ਹੈਗੀ ਆ। ਸੋ ਵੇਰੀਏਬਲ ਸਪੀਡ ਹੈਗੀ ਆ ਤਾਂ ਵੇਰੀਏਬਲ ਸਪੀਡ ਤੋਂ ਫਿਰ ਸਾਨੂੰ ਐਵਰੇਜ ਦੀ ਲੋੜ ਪੈਂਦੀ ਆ। ਜੇ ਪਹਿਲਾਂ ਹੀ ਕੌਨਸਟੈਂਟ ਸਪੀਡ ਹੁੰਦੀ, ਮਤਲਬ ਹਰ ਵਾਰੀ 1 ਸੈਕਿੰਡ ਵਿੱਚ 2 ਮੀਟਰ ਜਾਂਦਾ, ਹਰ ਵਾਰੀ 1 ਸੈਕਿੰਡ 'ਚ 2 ਮੀਟਰ 2 ਮੀਟਰ 2 ਮੀਟਰ 2 ਮੀਟਰ 2 ਮੀਟਰ ਜਾਂਦਾ, ਤਾਂ ਫਿਰ ਤਾਂ ਉਹਦੀ ਐਵਰੇਜ ਸਪੀਡ ਵੀ 2 ਹੀ ਆਣੀ ਸੀ।
ਫਿਰ ਉਹਦੀ ਐਵਰੇਜ ਸਪੀਡ ਵੀ 2 ਹੀ ਆਣੀ ਸੀ, ਉਹ ਕੌਨਸਟੈਂਟ ਹੋਣੀ ਸੀ। ਸੋ ਜੇ ਉਹ ਹਰ ਸੈਕਿੰਡ ਦੇ ਵਿੱਚ 2 ਮੀਟਰ ਦੂਰ ਜਾਂਦਾ, 2 ਮੀਟਰ ਦੂਰ ਜਾਂਦਾ, 2 ਮੀਟਰ ਦੂਰ ਜਾਂਦਾ, 2 ਮੀਟਰ 2 ਮੀਟਰ 2 ਮੀਟਰ 2 ਮੀਟਰ 2 ਮੀਟਰ, ਤਾਂ ਉਹ ਫਿਰ ਕੌਨਸਟੈਂਟ ਹੋ ਜਾਣੀ ਸੀ। ਤਾਂ ਹਰ ਵੇਲੇ ਉਹਦਾ ਆਨਸਰ ਫਿਰ ਜਿਹੜਾ ਕੌਨਸਟੈਂਟ ਹੋਣ ਤੋਂ ਬਾਅਦ ਐਵਰੇਜ ਸਪੀਡ ਦਾ ਆਨਸਰ ਵੀ ਕੌਨਸਟੈਂਟ ਹੀ ਆਉਣਾ ਸੀ। ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਇਹਦੀ ਇੰਸਟੈਂਟੇਨੀਅਸ ਸਪੀਡ ਡਿਫਰੈਂਟ ਆਊਗੀ। ਸੋ ਇਹਦੀ ਇੰਸਟੈਂਟੇਨੀਅਸ ਸਪੀਡ ਜਿਹੜੀ ਆ ਉਹ ਵੀ ਐਸ ਸੈਕਿੰਡ 'ਤੇ ਕੁਛ ਹੋਰ ਆਨਸਰ ਆ ਉਹਦਾ, ਆਹ ਵਾਲੇ ਸੈਕਿੰਡ 'ਤੇ ਕੁਛ ਹੋਰ ਆਨਸਰ ਆ, ਆਹ ਵਾਲੇ ਸੈਕਿੰਡ 'ਤੇ ਕੁਛ ਹੋਰ ਆਨਸਰ ਆ। ਸੋ ਇੰਸਟੈਂਟੇਨੀਅਸ ਸਪੀਡ ਵੱਖਰੀ ਆ ਰਹੀ ਆ, ਐਵਰੇਜ ਸਪੀਡ ਵੱਖਰੀ ਆ ਰਹੀ ਆ, ਜਿੱਦਾਂ ਆਪਾਂ ਕੈਲਕੂਲੇਟ ਕਰ ਹੀ ਲਈ ਆਹ ਵਾਲੀ ਐਵਰੇਜ ਸਪੀਡ ਇੰਨੀ ਆ ਰਹੀ ਆ ਇੱਥੇ। ਇੰਸਟੈਂਟੇਨੀਅਸ ਸਪੀਡ ਵੱਖਰੇ ਵੱਖਰੇ ਵੇਲੇ 'ਤੇ ਵੱਖਰੀ ਵੱਖਰੀ ਆ ਰਹੀ ਆ। ਸੋ ਵੇਰੀਏਬਲ ਸਪੀਡ ਆ, ਕਿਉਂਕਿ ਨਜ਼ਰ ਆ ਰਹੀ ਹੈ ਕਿ ਹਰ ਇੱਕ ਸੈਕਿੰਡ ਦੇ ਵਿੱਚ ਉਹ ਡਿਫਰੈਂਟ ਜਿਹੜਾ ਹੈਗਾ ਡਿਸਟੈਂਸ ਟਰੈਵਲ ਕਰਦਾ ਪਿਆ ਆ, ਉਹ ਸੇਮ ਡਿਸਟੈਂਸ ਟਰੈਵਲ ਨਹੀਂ ਕਰਦਾ ਪਿਆ। ਜੇ ਉਹ ਹਰ ਇੱਕ ਸੈਕਿੰਡ ਦੇ ਵਿੱਚ ਸੇਮ ਡਿਸਟੈਂਸ ਟਰੈਵਲ ਕਰਦਾ ਤਾਂ ਯੂਨੀਫਾਰਮ ਸਪੀਡ ਹੋਣੀ ਸੀ। ਸੋ ਦੇਅਰਫੋਰ ਐਵਰੇਜ ਸਪੀਡ ਜਿਹੜੀ ਹੈਗੀ ਆ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਆ। ਕਿ ਪ੍ਰੈਕਟੀਕਲੀ ਵੀ ਤੁਸੀਂ ਦੇਖੋ, ਜਦੋਂ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦੇ ਹੋ, ਮੰਨ ਲਓ ਕਿ ਤੁਸੀਂ ਇੱਕ ਸਟੇਸ਼ਨ, ਮੇਨ ਸਟੇਸ਼ਨ ਸੇ ਯੂ ਮੂਵ ਫਰੋਮ ਅੰਮ੍ਰਿਤਸਰ ਟੂ ਦਿੱਲੀ, ਸੋ ਤੁਸੀਂ ਦਿੱਲੀ ਜਾਂਦੇ ਹੋ, ਸੋ ਅੰਮ੍ਰਿਤਸਰ ਟੂ ਦਿੱਲੀ, ਤਾਂ ਉਹ ਰਸਤੇ ਦੇ ਵਿੱਚ ਤੁਹਾਡੀ ਸੜਕ ਸਿੱਧੀ ਨਹੀਂ ਹੁੰਦੀ। ਅਸਲ ਵਿੱਚ ਤਾਂ ਪਹਿਲੀ ਤਾਂ ਗੱਲ ਇਹ ਆ ਕਿ ਉਹ ਸਿੱਧੀ ਹੋਈ ਨਹੀਂ ਹੁੰਦੀ। ਆਪਾਂ ਇੱਥੇ ਚੈਪਟਰ ਦੇ ਵਿੱਚ ਪੜ੍ਹੀ ਜਾਂਦੇ ਹਾਂ ਕਿ ਸਟ੍ਰੇਟ ਲਾਈਨ ਮੋਸ਼ਨ, ਮੋਸ਼ਨ ਇਨ ਸਟ੍ਰੇਟ ਲਾਈਨ ਜਿਹੜੀ ਹੈਗੀ ਆ, ਸੋ ਚੈਪਟਰ ਦਾ ਨਾਮ ਹੈਗਾ ਮੋਸ਼ਨ ਇਨ ਸਟ੍ਰੇਟ ਲਾਈਨ। ਸੋ ਅਸੀਂ ਮੋਸ਼ਨ ਇਨ ਸਟ੍ਰੇਟ ਲਾਈਨ ਦੀ ਗੱਲ ਤਾਂ ਕਰਦੇ ਹਾਂ, ਪਰ ਪ੍ਰੈਕਟੀਕਲ ਜਿਹੜੀ ਗੱਲ ਆ, ਜੇ ਅੰਮ੍ਰਿਤਸਰ ਤੋਂ ਦਿੱਲੀ ਦੀ ਸੜਕ ਦੀ ਗੱਲ ਕਰੀਏ ਤਾਂ ਉਹ ਓਬਵੀਅਸਲੀ ਤੁਸੀਂ ਦੇਖ ਸਕਦੇ ਹੋ ਕਿ ਸਿੱਧੀ ਨਹੀਂ ਹੁੰਦੀ, ਉਹ 'ਚ ਕੋਈ ਨਾ ਕੋਈ ਬਲ ਫਰੇਬ ਹੁੰਦੇ ਆ, ਵੱਖਰੀ ਹੁੰਦੀ ਆ। ਈਵਨ ਰੇਲ ਗੱਡੀ ਦੀ ਜਿਹੜੀ ਪਟੜੀ ਆ ਉਹ ਵੀ ਵਿੱਚ ਵਿੱਚ ਗੋਲ ਘੁੰਮਦੀ ਹੈਗੀ ਆ, ਜੇ ਤੁਸੀਂ ਕਦੀ ਧਿਆਨ ਦਿੱਤਾ ਹੋਵੇ ਤਾਂ। ਬੇਸ਼ੱਕ ਆਪਾਂ ਇਹਨੂੰ ਸਿੱਧੀ ਮੰਨ ਲੈਂਦੇ ਹਾਂ, ਅਤੇ ਓਬਵੀਅਸਲੀ ਇਹਦੇ ਵਿੱਚ ਜੇ ਤੁਸੀਂ ਦੇਖੋ ਤਾਂ ਇਹ ਕਦੇ ਉਹ ਜਿਹੜੀ ਕਾਰ ਦੇ ਵਿੱਚ ਮੰਨ ਲਓ ਜਿਹ 'ਚ ਗਏ ਆ ਤੁਸੀਂ, ਉਹਦੀ ਸਪੀਡ ਘਟੀ ਹੋਏਗੀ, ਸ਼ੁਰੂ ਹੋਊਗੀ, ਫਿਰ ਵਧੂਗੀ, ਫਿਰ ਉਹ ਤੇਜ਼ ਹੋਇਆ ਹੋਊਗਾ, ਫਿਰ ਵਿਚਕਾਰ ਰੈੱਡ ਲਾਈਟਾਂ ਆਈਆਂ ਹੋਣਗੀਆਂ। ਐਡਾ ਲੰਬਾ ਸਫ਼ਰ ਹੈਗਾ ਆ ਜਿੱਥੇ ਤੁਹਾਨੂੰ 8 9 10 ਘੰਟੇ ਲੱਗਣੇ ਆ, ਤਾਂ ਇਹਨਾਂ 10 ਘੰਟਿਆਂ ਦੇ ਵਿੱਚ ਪ੍ਰੈਕਟੀਕਲੀ ਤੁਸੀਂ ਕਦੀ ਹੌਲੀ ਹੋਏ, ਕਦੀ ਥੱਕ ਗਏ, ਫਿਰ ਰੁਕ ਗਏ, ਫਿਰ ਰੈੱਡ ਲਾਈਟ 'ਤੇ ਰੁਕ ਗਏ, ਫਿਰ ਜਾਮ 'ਚ ਫਸ ਗਏ। ਸੋ ਤੁਹਾਡੀ ਸਪੀਡ ਜਿਹੜੀ ਹੈਗੀ ਉਹ ਵੱਖਰੀ ਵੱਖਰੀ ਹੈਗੀ ਆ। ਜਿੱਦਾਂ ਇੱਥੇ ਆਪਾਂ ਸ਼ੋ ਕੀਤਾ ਸੀ ਕਿ ਤੁਹਾਡੀ ਜਿਹੜੀ ਸਪੀਡ ਆ ਉਹ ਵੱਖਰੀ ਵੱਖਰੀ ਆ। ਤੁਸੀਂ ਇਹਦਾ ਮਤਲਬ ਸਪੀਡ ਵੱਖਰੀ ਦਾ ਮਤਲਬ ਹਰ ਇੱਕ ਸੈਕਿੰਡ ਵਿੱਚ, ਇੱਕ ਸੈਕਿੰਡ 'ਚ ਤੈਅ ਕੀਤੀ ਦੂਰੀ ਵੱਖਰੀ ਵੱਖਰੀ ਆ ਰਹੀ ਹੈਗੀ ਆ ਤੁਹਾਡੀ। ਸੋ ਹਰ ਇੱਕ ਸੈਕਿੰਡ ਵਿੱਚ ਤੈਅ ਕੀਤੀ ਦੂਰੀ ਜੇ ਵੱਖਰੀ ਆ ਰਹੀ ਹੈ ਤਾਂ ਤੁਹਾਡੀ ਜਿਹੜੀ ਸਪੀਡ ਆ ਉਹ ਵੇਰੀਏਬਲ ਆ ਰਹੀ ਆ। ਸੋ ਪ੍ਰੈਕਟੀਕਲੀ ਸਪੀਡ ਵੇਰੀਏਬਲ ਹੀ ਹੋਇਆ ਕਰਦੀ ਆ। ਤਾਂ ਉੱਥੋਂ ਅਸੀਂ ਫਿਰ ਐਵਰੇਜ ਸਪੀਡ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹਦੇ ਲਈ ਇਹ ਕਨਸੈਪਟ ਲੱਗਦਾ ਹੈਗਾ ਜਿਹੜਾ ਆਪਾਂ ਹੁਣ ਡਿਸਕਸ ਕੀਤਾ ਸਾਰਾ। ਸੋ ਦਿਸ ਇਜ਼ ਦਾ ਹੋਲ ਕਨਸੈਪਟ ਕਿ ਐਵਰੇਜ ਕੀ ਹੈਗੀ ਆ। ਸੋ ਆਈ ਥਿੰਕ ਕਿ ਆਪਾਂ ਨੂੰ ਇਹ ਗੱਲ ਕਲੀਅਰ ਹੋ ਗਈ ਆ ਕਿ ਐਵਰੇਜ ਜਿਹੜੀ ਹੈਗੀ ਆ, ਐਵਰੇਜ ਸਪੀਡ ਅਸੀਂ ਕਿੱਦਾਂ ਕੱਢੀ ਆ। ਸੋ ਟੋਟਲ ਡਿਸਟੈਂਸ ਅਸੀਂ ਲੈ ਲੈਣਾ, ਸਾਰਾ ਡਿਸਟੈਂਸ, ਉਹਦੇ ਵਿੱਚ ਤੁਸੀਂ ਰੁਕੇ ਸੀ, ਉਹਦੇ ਵਿੱਚ ਤੁਸੀਂ ਉੱਥੇ ਖੜ੍ਹ ਗਏ ਸੀ, ਜਾਮ ਸੀਗਾ, ਉਹਦੇ ਵਿੱਚ ਤੁਸੀਂ ਬ੍ਰੇਕਾਂ ਲਾਈਆਂ ਸੀ, ਤੁਸੀਂ ਬਹੁਤ ਤੇਜ਼ ਹੋਏ ਸੀ। ਸੋ ਅਸੀਂ ਉਹ ਸਾਰੀਆਂ ਦੂਰੀਆਂ, ਟੋਟਲ ਦੂਰੀਆਂ ਲੈ ਲੈਣੀਆਂ ਅਤੇ ਟੋਟਲ ਸਮਾਂ ਲੈ ਲੈਣਾ ਕਿ ਕੁੱਲ ਸਮਾਂ ਆਪਣਾ ਕਿੰਨਾ ਹੈਗਾ, ਕੁੱਲ ਦੂਰੀ ਕਿੰਨੀ ਹੈਗੀ ਆ, ਉਹ ਤੋਂ ਸਾਨੂੰ ਐਵਰੇਜ ਪਤਾ ਲੱਗਣੀ ਆ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਥਿੰਗ, ਕਿਉਂਕਿ ਅਸੀਂ ਇਸ ਚੈਪਟਰ ਦੇ ਵਿੱਚ ਸਟ੍ਰੇਟ ਲਾਈਨ ਮੋਸ਼ਨ ਦੀ ਗੱਲ ਕਰਦੇ ਪਏ ਹਾਂ। ਸੋ ਸਟ੍ਰੇਟ ਲਾਈਨ ਮੋਸ਼ਨ ਹੈਗੀ ਆ, ਇਸ ਲਈ ਸਪੀਡ ਅਤੇ ਵੈਲੋਸਿਟੀ ਦੇ ਕੰਸੈਪਟ 'ਚ ਕੋਈ ਬਹੁਤਾ ਫਰਕ ਨਹੀਂ ਆਉਣਾ, ਕਿਉਂਕਿ ਸਟ੍ਰੇਟ ਲਾਈਨ ਮੋਸ਼ਨ ਆ, ਅਸੀਂ ਇੱਕ ਪਾਸੇ ਤੋਂ ਦੂਜੇ ਪਾਸੇ ਹੀ ਜਾ ਰਹੇ ਹਾਂ ਬਸ। ਜੇ ਤਾਂ ਇੰਨੀ ਕੁ ਗੱਲ ਹੀ ਆਪਾਂ ਫਿਲਹਾਲ ਸਮਝੀਏ, ਵਾਪਸ ਨਹੀਂ ਆ ਰਹੇ ਵਾਲੀ ਗੱਲ ਹੈ ਨਹੀਂ ਗੀ, ਅਤੇ ਘੁੰਮਣ ਵਾਲੀ ਵੱਖਰੀ ਨਹੀਂ, ਮਤਲਬ ਇੱਦਾਂ ਦਾ ਰਸਤਾ ਵੀ ਨਹੀਂ ਹੈਗਾ, ਇੱਦਾਂ ਦਾ ਰਸਤਾ ਨਹੀਂ ਹੈਗਾ, ਇੱਦਾਂ ਟੇਢਾ ਮੇਢਾ ਰਸਤਾ ਨਹੀਂ ਹੈਗਾ, ਸਿੱਧਾ ਸਿੱਧਾ ਰਸਤਾ ਆ, ਅਤੇ ਸਿੱਧੇ ਹੀ ਅਸੀਂ ਅਗਾਂਹ ਹੀ ਵੱਧਦੇ ਪਏ ਹਾਂ, ਪਿਛਾਂਹ ਵੀ ਨਹੀਂ ਆਏ, ਵਾਪਸ ਨਹੀਂ ਆਏ। ਤਾਂ ਉਸ ਵੇਲੇ ਸਪੀਡ ਦਾ ਅਤੇ ਵੈਲੋਸਿਟੀ ਦਾ ਕੰਸੈਪਟ ਸੇਮ ਆ। ਸੋ ਬੇਸ਼ੱਕ ਅਸੀਂ ਇੱਥੇ ਕਿਹਾ ਕਿ ਡਿਸਟੈਂਸ, ਤੁਸੀਂ ਡਿਸਪਲੇਸਮੈਂਟ ਵੀ ਕਹਿ ਸਕਦੇ ਸੀ, ਕਿਉਂਕਿ ਸਟ੍ਰੇਟ ਲਾਈਨ ਮੋਸ਼ਨ ਆ। ਸੋ ਇਹ ਗੱਲ ਦਾ ਧਿਆਨ ਰੱਖਣਾ ਕਿ ਸਟ੍ਰੇਟ ਲਾਈਨ ਮੋਸ਼ਨ ਹੈਗੀ ਆ, ਇਸ ਲਈ ਡਿਸਟੈਂਸ ਅਤੇ ਡਿਸਪਲੇਸਮੈਂਟ ਸੇਮ ਆ ਸਕਣਗੇ। ਪਰ ਜੇ ਤੁਸੀਂ ਵਾਪਸ ਪਰਤ ਆਏ, ਤੁਸੀਂ ਵਾਪਸ ਮੁੜ ਆਏ, ਤਾਂ ਫਿਰ ਤੁਹਾਡੀ ਡਿਸਪਲੇਸਮੈਂਟ ਜਿਹੜੀ ਹੁੰਦੀ ਆ ਉਹ ਬਦਲ ਜਾਂਦੀ ਆ। ਡਿਸਟੈਂਸ ਅਤੇ ਡਿਸਪਲੇਸਮੈਂਟ ਫਿਰ ਬਰਾਬਰ ਨਹੀਂ ਰਹਿਣੇ। ਤੁਸੀਂ ਅੱਗੇ ਗਏ, ਫਿਰ ਵਾਪਸ ਆਏ, ਜਦੋਂ ਵਾਪਸ ਆਏ ਡਿਸਪਲੇਸਮੈਂਟ ਘਟਦੀ ਜਾਣੀ ਆ, ਪਰ ਡਿਸਟੈਂਸ ਵੱਧਦਾ ਜਾਣਾ ਹੈ, ਇਸ ਲਈ ਤੁਹਾਡੀ ਸਪੀਡ ਅਤੇ ਵੈਲੋਸਿਟੀ 'ਚ ਫਰਕ ਪੈ ਜਾਣਾ ਉਦੋਂ। ਪਰ ਜੇ ਅਸੀਂ ਸਿਰਫ ਇੱਕ ਪਾਸੇ ਨੂੰ ਹੀ ਵਧੀ ਜਾਂਦੇ ਹਾਂ, ਅੱਗੇ ਨੂੰ ਹੀ ਵਧੀ ਜਾਂਦੇ ਹਾਂ, ਸਟ੍ਰੇਟ ਲਾਈਨ ਅੱਗੇ ਨੂੰ ਹੀ ਵੱਧ ਰਹੇ ਹਾਂ, ਵਾਪਸ ਨਹੀਂ ਆ ਰਹੇ, ਉਸ ਵੇਲੇ ਸਾਡੀ ਸਪੀਡ, ਵੈਲੋਸਿਟੀ, ਡਿਸਟੈਂਸ, ਡਿਸਪਲੇਸਮੈਂਟ, ਇਹ ਆਪਸ ਵਿੱਚ ਇਹਨਾਂ ਦਾ ਕੋਈ ਫਰਕ ਨਹੀਂ ਪੈਣਾ। ਡਿਸਟੈਂਸ ਵੀ ਓਨਾ ਹੀ ਹੋਣਾ ਅਤੇ ਡਿਸਪਲੇਸਮੈਂਟ ਵੀ ਓਨੀ ਹੋਈ ਹੋਣੀ ਆ।
ਤੇ ਜਿਹੜੀ ਸਪੀਡ ਤੇ ਵੈਲੋਸਿਟੀ ਆ ਉਹ ਵੀ ਆਪਣੇ ਸੇਮ ਹੀ ਹੋਣਗੇ। ਸੋ ਇਹ ਐਵਰੇਜ ਸਪੀਡ ਦਾ ਤੇ ਐਵਰੇਜ ਵੈਲੋਸਿਟੀ ਦਾ ਜਿਹੜਾ ਕਨਸੈਪਟ ਸੀਗਾ। ਸੋ ਹੁਣ ਇਹਦੇ ਵਿੱਚ ਆਪਣੇ ਕੋਲ ਅਸੀਂ ਦੇਖਦੇ ਹਾਂ, ਜੇ ਹੁਣ ਇਹ ਸਾਰੀ ਗੱਲ ਨੂੰ ਅਸੀਂ ਮੈਥੇਮੈਟੀਕਲੀ ਕਰੀਏ, ਜਿਹੜਾ ਮੈਥੇਮੈਟਿਕਸ ਹੁੰਦਾ ਆ ਉਹ ਐਕਚੁਅਲੀ ਬੋਲਦਾ ਆ, ਮੈਥੇਮੈਟਿਕਸ ਗੱਲਾਂ ਕਰਦਾ ਵਾ। ਮੈਥੇਮੈਟਿਕਸ ਉੱਦਾਂ ਹੀ ਨਹੀਂ ਹੈਗਾ ਵੀ ਅਸੀਂ ਇੱਕ ਫਾਰਮੂਲਾ ਲਿਖਤਾ ਅਤੇ ਗੱਲ ਖਤਮ ਹੋ ਗਈ। ਸੋ ਬੇਸਿਕਲੀ ਜਦੋਂ ਅਸੀਂ ਇੱਕ ਫਾਰਮੂਲਾ ਲਿਖਦੇ ਹਾਂ ਉਹਦੇ ਪਿੱਛੇ ਇੱਕ ਪੰਜਾਬੀ ਇੰਗਲਿਸ਼ ਵਿੱਚ ਲੈਂਗੁਏਜ ਵਿੱਚ ਕੋਈ ਗੱਲਬਾਤ ਹੁੰਦੀ ਆ। ਜਿੱਦਾਂ ਹੁਣੀ ਮੈਂ ਇੱਥੇ ਲਿਖਿਆ ਸੀ, ਜੇ ਤੁਸੀਂ ਪਿੱਛੇ ਯਾਦ ਹੋਣਾ, ਅਤੇ ਆਪਾਂ ਲਿਖਿਆ ਸੀਗਾ ਕਿ 1 ਸੈਕਿੰਡ ਵਿੱਚ ਸੋ ਡਿਸਟੈਂਸ traveled ਜਾਂ covered in 1 second. So distance covered in 1 second is equal to speed. ਸੋ ਇਹ ਜਿਹੜੀ ਗੱਲ ਹੈ ਇਹ ਅਸੀਂ ਇੰਗਲਿਸ਼ 'ਚ ਲਿਖੀ ਆ, ਇਹਦੇ 'ਚ ਕੋਈ ਮੈਥੇਮੈਟਿਕਸ ਨਹੀਂ ਹੈਗਾ। ਇਹਦਾ ਨਾਮ ਇਜ਼ ਨੋਨ ਐਜ਼, ਇੱਥੇ ਬਰਾਬਰ ਵੀ ਨਹੀਂ ਮੈਂ ਪਾਉਂਦਾ, ਮੈਂ ਕਹਿੰਦਾ ਇਜ਼ ਨੋਨ ਐਜ਼ ਸਪੀਡ। ਸੋ ਉਹਨੇ ਸਾਰੀ ਟੋਟਲ 100% ਇੰਗਲਿਸ਼ ਹੋ ਗਈ। ਸੋ ਇਹਦੇ ਵਿੱਚ ਕਿਤੇ ਵੀ ਮੈਥ ਨਹੀਂ ਆਇਆ। ਪਰ ਇਹੀ ਗੱਲ ਨੂੰ ਅਸੀਂ ਜੇ ਮੈਥ ਵਿੱਚ ਲਿਖਣਾ ਤਾਂ ਅਸੀਂ ਕੀ ਲਿਖਾਂਗੇ, ਅਸੀਂ ਲਿਖਣਾ ਵਾ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਓਵਰ ਟਾਈਮ। ਸੋ ਇਹੀ ਗੱਲ ਨੂੰ ਆਪਾਂ ਇੱਦਾਂ ਲਿਖਿਆ ਵਾ। ਸੋ ਇਹ ਮੈਥੇਮੈਟਿਕਸ ਬਣ ਗਿਆ। ਸੋ ਨਾਓ ਦਿਸ ਬਿਕਮਸ ਮੈਥੇਮੈਟਿਕਸ। ਸੋ ਦੇਅਰਫੋਰ ਜੇ ਮੈਂ ਇੰਨੀ ਗੱਲ ਲਿਖੀ ਆ ਤਾਂ ਇਹ ਗੱਲ ਇਹ ਬੋਲਦੀ ਆ, ਮੀਨਸ ਮੈਥੇਮੈਟਿਕਸ ਸਪੀਕਸ। ਸੋ ਆਹ ਮੈਥ ਦੀ ਲਿਖੀ ਹੋਈ ਗੱਲ, ਜੇ ਇਹਨੂੰ ਮੈਂ ਹੁਣ ਸਪੀਡ ਦਾ ਨਾਮ ਮੰਨ ਲਓ ਮੈਂ V ਲਿਖ ਦੇਵਾਂ ਜਾਂ U ਲਿਖ ਦੇਵਾਂ, ਕਿ ਸਪੀਡ ਦਾ ਨਾਮ ਮੈਂ V ਰੱਖ ਦਿੰਦਾ ਅਤੇ ਡਿਸਟੈਂਸ ਦਾ ਨਾਮ ਮੈਂ S ਰੱਖ ਦਿੰਦਾ ਅਤੇ ਟਾਈਮ ਦਾ ਨਾਮ ਮੈਂ T ਰੱਖ ਦਿੰਦਾ, ਇੱਕ ਸ਼ਾਰਟਕੱਟ ਫਾਰਮੂਲਾ ਬਣ ਗਿਆ। ਸੋ ਇਹ ਵਾਲੇ ਫਾਰਮੂਲੇ ਦਾ ਮਤਲਬ ਆਹ ਆ। ਸੋ ਡਿਸਟੈਂਸ ਕਵਰਡ ਇਨ 1 ਸੈਕਿੰਡ ਇਜ਼ ਨੋਨ ਐਜ਼ ਸਪੀਡ। ਸੋ ਆਹ ਡਿਸਟੈਂਸ ਕਵਰਡ ਆ, ਆਹ 1 ਸੈਕਿੰਡ ਆ, ਆਹ ਸਪੀਡ ਆ। ਇਹ ਵਾਲੀ ਗੱਲ ਦਾ ਕੀ ਮਤਲਬ ਹੁੰਦਾ ਵਾ, ਦੇਖੋ ਜੇ ਹੁਣ ਮੰਨ ਲਓ ਆਪਾਂ ਕਦੇ ਵੀ ਮੈਥੇਮੈਟਿਕਸ ਦੇ ਵਿੱਚ ਡਿਵਾਈਡ ਕਰਦੇ ਹਾਂ, ਜਦੋਂ ਮੰਨ ਲਓ ਕਿ ਅਸੀਂ 15 ਨੂੰ 3 ਨਾਲ ਡਿਵਾਈਡ ਕਰਦੇ, ਮੰਨ ਲਓ ਕਿ ਅਸੀਂ ਇੱਥੇ ਮੰਨ ਲੈਂਦੇ ਕਿ 15 ਮੀਟਰ ਦੂਰ ਗਏ ਹੋਣੇ ਆ, 3 ਸੈਕਿੰਡ ਲੱਗੇ ਹੋਣੇ ਆ, ਤਾਂ ਮੈਂ ਇਹਦਾ ਨਾਮ V ਰੱਖ ਲੈਣਾ, ਸਪੀਡ ਦਾ ਨਾਮ। ਤਾਂ ਇਹਦਾ ਮਤਲਬ ਕਿ 3 ਸਕਿੰਟਾਂ ਵਿੱਚ 15 ਮੀਟਰ ਦੂਰ ਗਿਆ ਵਾਂ। ਪਰ ਜੇ ਮੈਂ ਇਹਨੂੰ ਡਿਵਾਈਡ ਕਰਦਾ, ਮੈਥੇਮੈਟਿਕਸ ਮੈਨੂੰ ਆਉਂਦਾ ਵਾ, ਤਾਂ 5 ਮੀਟਰ 1 ਸੈਕਿੰਡ ਵਿੱਚ ਹੋ ਗਏ। ਜਦੋਂ 1 ਸਕਿੰਟ ਦੇ ਵਿੱਚ ਮੈਂ 5 ਮੀਟਰ ਦੂਰ ਜਾਂਦਾ ਪਿਆ ਵਾਂ। ਸੋ ਦੈਟ ਮੀਨਸ ਕਿ 15 ਡਿਵਾਈਡ ਬਾਏ 3 ਡਿਵਾਈਡ ਬਾਏ 1 ਸੈਕਿੰਡ, 15/3 ਮੀਟਰ 1 ਸੈਕਿੰਡ ਵਿੱਚ। ਹੁਣ ਇੱਥੇ ਉਹ ਆਟੋਮੈਟਿਕਲੀ ਜਦੋਂ 15 ਨੂੰ ਮੈਂ 3 ਨਾਲ ਡਿਵਾਈਡ ਕਰੂੰਗਾ ਤਾਂ ਐਵਰੇਜ ਸਪੀਡ ਹੀ ਆਊਗੀ। ਸੋ ਦਿਸ ਇਜ਼ 5 ਮੀਟਰ ਸੈਕਿੰਡ ਇਨਵਰਸ, ਇਹ ਐਵਰੇਜ ਆਏਗੀ। ਹੋ ਸਕਦਾ ਕਿ ਮੈਂ 1 ਸੈਕਿੰਡ ਵਿੱਚ 10 ਮੀਟਰ ਦੂਰ ਗਿਆ ਹੋਵਾਂ ਅਤੇ ਦੂਜੇ ਸੈਕਿੰਡ 'ਚ 2 ਅਤੇ ਤੀਜੇ ਸੈਕਿੰਡ 'ਚ ਮੈਂ 3 ਗਿਆ ਹੋਵਾਂ, ਤਾਂ ਟੋਟਲ 15 ਬਣਿਆ ਹੋਵੇ। ਸੋ 3 ਸੈਕਿੰਡ 'ਚ ਮੈਂ 15 ਮੀਟਰ ਦੂਰ ਗਿਆ ਅਤੇ ਟੋਟਲ ਜਿਹੜੀ ਐਵਰੇਜ ਸਪੀਡ ਆ, ਸੋ ਅਸੀਂ ਫਿਰ ਇੱਥੇ ਐਵਰੇਜ ਪੈਰ ਦੇ ਵਿੱਚ ਐਵਰੇਜ ਪਾ ਦਈਦਾ, V ਐਵਰੇਜ। ਸੋ V ਐਵਰੇਜ ਮਤਲਬ ਇਹ ਐਵਰੇਜ ਸਪੀਡ ਆ ਜਦੋਂ ਟੋਟਲ ਦੂਰੀ ਬਟਾ ਟੋਟਲ ਸਮਾਂ ਕਰੀਦਾ ਹੈਗਾ। ਸੋ ਮਤਲਬ ਆਪਾਂ ਇੱਥੇ ਦੇਖ ਰਹੇ ਹਾਂ ਕਿ ਜਦੋਂ ਕੋਈ ਫਾਰਮੂਲਾ ਲਿਖਿਆ ਜਾਂਦਾ ਹੈਗਾ ਤਾਂ ਉਹ ਫਾਰਮੂਲਾ ਜਿਹੜਾ ਹੈਗਾ ਸਾਨੂੰ ਕੀ ਦੱਸਦਾ ਵਾ, ਉਹ ਇੰਗਲਿਸ਼ ਵਿੱਚ ਕੁਛ ਲਿਖੀ ਹੋਈ ਗੱਲ ਨੂੰ ਦੱਸਦਾ ਵਾ। ਸੋ ਵੈਨ ਯੂ ਰਾਈਟ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਓਵਰ ਟਾਈਮ, ਵੈਲੋਸਿਟੀ ਇਜ਼ ਇਕੁਅਲ ਟੂ S ਓਵਰ T, S ਇਜ਼ ਯੂਜ਼ਲੀ ਟੇਕਨ ਫੋਰ ਡਿਸਪਲੇਸਮੈਂਟ ਔਰ ਡਿਸਟੈਂਸ, ਬੇਸਿਕਲੀ ਡਿਸਪਲੇਸਮੈਂਟ। ਤਾਂ ਇਹ ਜਿਹੜੀ ਵੈਲੋਸਿਟੀ ਇਜ਼ ਇਕੁਅਲ ਟੂ S ਓਵਰ T ਫਾਰਮੂਲਾ ਆ, ਇਹ ਤੁਹਾਨੂੰ ਕੀ ਦੱਸਦਾ, ਇਹ ਤੁਹਾਨੂੰ ਇਹ ਦੱਸਦਾ ਡਿਸਟੈਂਸ ਕਵਰਡ ਇਨ 1 ਸੈਕਿੰਡ ਇਜ਼ ਨੋਨ ਐਜ਼ ਸਪੀਡ। ਸੋ ਅੱਗੇ ਤੇ ਕਿਤੇ ਵੀ ਕੋਈ ਤੁਹਾਡਾ ਮੈਥੇਮੈਟਿਕਸ ਫਾਰਮੂਲਾ ਆ ਜਾਂਦਾ, ਯੂਜ਼ਲੀ ਤੁਹਾਡੇ ਫਾਰਮੂਲੇ ਇੱਦਾਂ ਦੇ ਹੀ ਹੋਇਆ ਕਰਦੇ ਆ, ਸਮਥਿੰਗ ਇਕੁਅਲ ਟੂ ਸਮਥਿੰਗ। ਤਾਂ ਉਹਦਾ ਕੀ ਮਤਲਬ ਆ, ਉਹਨੂੰ ਇੰਗਲਿਸ਼ ਵਿੱਚ ਲਿਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਜਾਂ ਪੰਜਾਬੀ 'ਚ ਬੋਲਣ ਦੀ ਕੋਸ਼ਿਸ਼ ਕਰੋ ਵੀ ਇਹਦਾ ਮਤਲਬ ਕੀ ਆ, ਉਹੀ ਉਹਦੀ ਡੈਫੀਨੇਸ਼ਨ ਹੋਇਆ ਕਰਦੀ ਹੈ। ਸੋ ਇੱਥੋਂ ਆਪਣੇ ਕੋਲ ਹੁਣ ਸਪੀਡ ਦਾ ਜਿਹੜਾ ਹੈਗਾ ਕਨਸੈਪਟ ਆਇਆ, ਅਤੇ ਇਹਦੇ 'ਚੋਂ ਇੱਕ ਸਾਡੇ ਕੋਲ ਫਾਰਮੂਲਾ ਵੀ ਆ ਗਿਆ, ਦੇਖੋ। ਸੋ V ਇਜ਼ ਇਕੁਅਲ ਟੂ S ਇਜ਼ ਇਕੁਅਲ ਟੂ ਵੈਲੋਸਿਟੀ ਇਨਟੂ ਟਾਈਮ। ਸੋ ਆਹ ਇੱਕ ਫਾਰਮੂਲਾ ਕਿ ਡਿਸਟੈਂਸ ਜਾਂ ਡਿਸਪਲੇਸਮੈਂਟ ਦੇ ਬਾਰੇ ਜੇ ਪਤਾ ਲਾਣਾ ਤੇ ਉਹ ਕਾਹਦੇ ਬਰਾਬਰ ਆ, ਉਹ ਵੈਲੋਸਿਟੀ ਤੇ ਟਾਈਮ ਦੇ ਗੁਣਨਫਲ ਦੇ ਬਰਾਬਰ ਆ। ਇਟ ਇਜ਼ ਇਕੁਅਲ ਟੂ ਪ੍ਰੋਡਕਟ। ਸੋ ਪ੍ਰੋਡਕਟ ਮੈਨੇ ਗੁਣਾ ਕਰਕੇ ਜਿਹੜੀ ਚੀਜ਼ ਆਉਂਦੀ ਉਹਨੂੰ ਪ੍ਰੋਡਕਟ ਕਹਿੰਦੇ ਆ, ਪ੍ਰੋਡਕਟ ਆਫ ਸਪੀਡ ਐਂਡ ਟਾਈਮ, ਪ੍ਰੋਡਕਟ ਆਫ ਸਪੀਡ ਐਂਡ ਟਾਈਮ। ਸੋ ਸਪੀਡ ਅਤੇ ਟਾਈਮ ਦਾ ਜਿਹੜਾ ਪ੍ਰੋਡਕਟ ਆ, ਗੁਣਨਫਲ ਆ, ਉਹਨੂੰ ਅਸੀਂ ਕੀ ਕਹਿੰਦੇ ਆ, ਡਿਸਟੈਂਸ। ਸੋ ਡਿਸਟੈਂਸ ਇਜ਼ ਦਾ ਪ੍ਰੋਡਕਟ ਆਫ ਡਿਸਟੈਂਸ, ਜਾਂ ਇੱਥੇ ਡਿਸਪਲੇਸਮੈਂਟ ਵੀ ਹੋ ਸਕਦੀ ਆ ਜੇ ਸਟ੍ਰੇਟ ਲਾਈਨ ਮੋਸ਼ਨ ਆ। ਜੇ ਸਟ੍ਰੇਟ ਲਾਈਨ ਮੋਸ਼ਨ ਆ, ਇੱਕੋ ਪਾਸੇ ਨੂੰ ਜਾ ਰਹੇ ਆ ਸਟ੍ਰੇਟ ਲਾਈਨ ਮੋਸ਼ਨ ਵਿੱਚ, ਤਾਂ ਉਸ ਵੇਲੇ ਅਸੀਂ ਜਿਹੜਾ ਡਿਸਟੈਂਸ ਦੀ ਥਾਂ 'ਤੇ ਡਿਸਪਲੇਸਮੈਂਟ ਵੀ ਲਿਖ ਸਕਦੇ ਹਾਂ। ਪਰ ਜੇ ਸਪੀਡ ਟੈਕਨੀਕਲੀ ਸਹੀ ਹੋਣਾ ਆ ਤਾਂ ਜਦੋਂ ਸਪੀਡ ਦੀ ਗੱਲ ਕਰਨੀ ਆ ਤਾਂ ਡਿਸਟੈਂਸ ਹੀ ਲਿਖਣਾ ਪਊਗਾ। ਡਿਸਟੈਂਸ ਇਜ਼ ਦਾ
ਜੇ ਮੈਂ ਆਹ ਵਾਲੀ ਗੱਲ ਨੂੰ ਤੁਸੀਂ ਇਹਨੂੰ ਸਕਿਪ ਕਰਕੇ ਇੱਥੇ ਆ ਜਾਓ। ਸੋ ਡਿਸਟੈਂਸ ਇਜ਼ ਦਾ ਪ੍ਰੋਡਕਟ ਆਫ ਸਪੀਡ ਐਂਡ ਟਾਈਮ। ਸੋ ਡਿਸਟੈਂਸ ਇਜ਼ ਦਾ ਪ੍ਰੋਡਕਟ ਆਫ ਸਪੀਡ ਐਂਡ ਟਾਈਮ, ਮਤਲਬ S ਇਜ਼ ਇਕੁਅਲ ਟੂ V ਇੰਟੂ T। ਆ ਜਿਹੜੀ ਬਿੰਦੀ ਦਾ ਮਤਲਬ ਡਾਟ ਪਾਇਆ, ਇਹਦਾ ਮਤਲਬ ਗੁਣਾ ਹੁੰਦਾ ਵਾ। ਸੋ ਆਪਾਂ 10ਵੀਂ ਤੱਕ ਇੱਦਾਂ ਡਾਟ ਨਹੀਂ ਵੀ ਪਾਉਂਦੇ ਸੀ, ਗੁਣਾ ਦਾ ਨਿਸ਼ਾਨ ਹੀ ਪਾਉਂਦੇ ਸੀ, ਕਿਉਂਕਿ ਇੱਥੇ ਜੇ ਆਪਾਂ ਗੁਣਾ ਪਾਇਆ ਤਾਂ ਐਂ ਲੱਗਣਾ ਵਿੱਚ x ਆ ਗਿਆ ਕੋਈ। ਸੋ ਇਫ ਵੀ ਪੁੱਟ ਦਿਸ x ਮੀਨਸ ਮਲਟੀਪਲਾਈ ਦਾ ਨਿਸ਼ਾਨ ਵਰਤ ਲੈਂਦੇ ਆ ਇੱਥੇ, ਤਾਂ ਉਹ ਫਿਰ ਇੱਦਾਂ ਵੀ ਲੱਗ ਸਕਦਾ ਕਿ VXT ਲਿਖਿਆ ਹੋਣਾ। ਆਮ ਬੰਦੇ ਨੂੰ, ਦੂਜੇ ਬੰਦੇ ਨੂੰ ਇੱਦਾਂ ਲੱਗ ਸਕਦਾ ਕਿ VXT ਲਿਖਿਆ ਹੋਇਆ, ਕਿਉਂਕਿ ABC ਦੀਆਂ ਗੱਲਾਂ ਚੱਲਦੀਆਂ ਪਈਆਂ। ਇਸ ਲਈ ਫਿਰ ਅਸੀਂ ਇਹਨੂੰ ਇੱਦਾਂ ਲਿਖਦੇ ਹਾਂ S ਇਜ਼ ਇਕੁਅਲ ਟੂ V ਇੰਟੂ T, ਜਾਂ ਨਹੀਂ ਵੀ ਲਿਖਦੇ ਕੱਲਾ VT ਲਿਖ ਦਿੰਦੇ ਹਾਂ, ਬਿੰਦੀ ਵੀ ਨਹੀਂ ਪਾਉਂਦੇ। ਸੋ ਇਹ ਜਿਹੜੀਆਂ ਚੀਜ਼ਾਂ ਇਹ ਧਿਆਨ ਰੱਖਣਾ ਹੈ ਕਿ ਜੇ ਇਹਦੇ ਵਿੱਚ ਜਮਾ ਜਾਂ ਘਟਾ ਦਾ ਨਿਸ਼ਾਨ ਨਹੀਂ ਪਾਇਆ ਤਾਂ ਇਟ ਮੀਨਸ ਇਟ ਇਜ਼ ਮਲਟੀਪਲਾਈਡ। ਸੋ ਇਟ ਇਜ਼ ਪ੍ਰੋਡਕਟ। ਸੋ V ਡੋਟ T ਜਾਂ VT ਵੀ ਲਿਖਿਆ ਤਾਂ ਵੀ ਓਕੇ ਹੈਗਾ। ਸੋ V ਕ੍ਰੋਸ T, ਵੈਸੇ ਤਾਂ ਕ੍ਰੋਸ ਇਹਦਾ ਫਿਰ ਕ੍ਰੋਸ ਦਾ ਇਹਦਾ X ਦਾ ਮਤਲਬ ਕ੍ਰੋਸ ਪ੍ਰੋਡਕਟ ਦੇ ਵਿੱਚ ਵੀ ਆ ਜਾਂਦਾ, ਫਿਰ ਉਹ ਆਪਾਂ ਅੱਗੇ ਪੜ੍ਹਾਂਗੇ ਕ੍ਰੋਸ ਪ੍ਰੋਡਕਟ। ਜਾਂ ਤੁਹਾਨੂੰ ਇਹ ਲੱਗ ਸਕਦਾ ਕਿ VXT ਲਿਖਿਆ ਹੋਣਾ ਆ, ਜੇ ਕ੍ਰੋਸ ਇੱਦਾਂ ਕਾਂਟਾ ਪਾਤਾ ਮੀਨਸ X ਪਾਤਾ ਤਾਂ ਤੁਹਾਨੂੰ ਇਹ ਕ੍ਰੋਸ ਪ੍ਰੋਡਕਟ ਹੈਗਾ, ਉਹਦਾ ਫਿਰ ਮਤਲਬ ਬਦਲ ਜਾਂਦਾ ਆ। ਸੋ ਇਸ ਲਈ ਅਸੀਂ ਇਹਨੂੰ ਜਿਹੜਾ ਹੈਗਾ ਆਮ ਗੁਣਾ ਜਿਹੜੀ ਹੈਗੀ ਆ ਉਹਨੂੰ ਆ ਬਿੰਦੀ ਪਾ ਕੇ ਹੀ ਗੁਜ਼ਾਰਾ ਕਰ ਦਿੰਦੇ ਹਾਂ, ਜਾਂ ਬਿਨਾਂ ਬਿੰਦੀ ਤੋਂ ਵੀ ਗੁਜ਼ਾਰਾ ਕਰ ਦਿੰਦੇ ਹਾਂ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਡਿਸਟੈਂਸ ਆ ਉਹ ਆਪਣੇ ਕੋਲ ਵੈਲੋਸਿਟੀ ਇੰਟੂ ਟਾਈਮ ਦੇ ਬਰਾਬਰ ਆਉਂਦਾ ਹੈਗਾ, ਸਪੀਡ ਇੰਟੂ ਟਾਈਮ ਦੇ, ਜਦੋਂ ਸਟ੍ਰੇਟ ਲਾਈਨ ਮੋਸ਼ਨ ਹੈ। ਬਾਰ-ਬਾਰ ਮੈਂ ਕਹਿ ਰਿਹਾ ਕਿ ਸਟ੍ਰੇਟ ਲਾਈਨ ਮੋਸ਼ਨ ਦੇ ਵਿੱਚ ਇਹ ਹੁੰਦਾ ਵਾ। ਜੇ ਹੋਰ ਤਰ੍ਹਾਂ ਦੀ ਮੋਸ਼ਨ ਹੋ ਗਈ, ਸਟ੍ਰੇਟ ਲਾਈਨ ਮੋਸ਼ਨ ਵਿੱਚ ਵੀ ਤੁਸੀਂ ਵਾਪਸ ਪਰਤ ਗਏ, ਤੁਸੀਂ ਵਾਪਸ ਮੁੜ ਗਏ, ਜਦੋਂ ਜੇ ਵਾਪਸ ਮੁੜ ਗਏ ਤਾਂ ਫਿਰ ਉਸ ਵੇਲੇ ਫਾਰਮੂਲੇ ਜਿਹੜੇ ਹੈਗੇ ਆ ਨਾ ਥੋੜ੍ਹਾ ਬਹੁਤਾ ਫਰਕ ਪੈ ਸਕਦਾ। ਫਿਰ ਡਿਸਟੈਂਸ ਅਤੇ ਡਿਸਪਲੇਸਮੈਂਟ ਵੱਖਰਾ ਵੱਖਰਾ ਬੋਲਣਾ ਪਊਗਾ। ਦੈਨ ਯੂ ਕੈਨ ਨੋਟ ਸੇ ਡਿਸਟੈਂਸ ਐਂਡ ਡਿਸਪਲੇਸਮੈਂਟ ਇੱਕ ਦੂਜੇ ਦੀ ਥਾਂ 'ਤੇ ਨਹੀਂ ਬੋਲ ਸਕਦੇ ਫਿਰ। ਸੋ ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈਗਾ। ਸੋ ਇੱਥੇ ਆਪਾਂ ਜੇ ਯੂਨੀਫਾਰਮ ਮੋਸ਼ਨ ਦੀ ਗੱਲ ਕਰਦੇ ਹਾਂ ਤਾਂ ਯੂਨੀਫਾਰਮ ਮੋਸ਼ਨ ਦੇ ਵਿੱਚ ਆਪਣੇ ਕੋਲ ਆਹ ਫਾਰਮੂਲਾ ਠੀਕ ਹੀ ਰਹਿਣਾ ਵਾ, ਅਤੇ ਐਵਰੇਜ ਸਪੀਡ ਵਿੱਚ ਵੀ ਆਪਣੇ ਕੋਲ ਇਹ ਵਾਲਾ ਫਾਰਮੂਲਾ ਠੀਕ ਰਹਿਣਾ ਵਾ। ਤਾਂ ਇਹਦਾ ਮਤਲਬ ਬੇਸਿਕਲੀ ਜੇ ਹੁਣ ਆਪਾਂ ਪ੍ਰੈਕਟੀਕਲ ਗੱਲ ਕਰੀਏ, ਇੱਕ ਵੀ ਆਹ ਆਪਣੇ ਕੋਲ ਇੱਕ ਸਟੇਟ ਪਾਥ ਹੈਗਾ ਜਿੱਥੇ ਕਿ ਜਿਹੜੀ x0 ਪੋਜੀਸ਼ਨ ਸੀ T0 'ਤੇ, ਇੱਦਾਂ x1 ਪੋਜੀਸ਼ਨ ਸੀ T1 'ਤੇ, ਇੱਦਾਂ x2 ਪੋਜੀਸ਼ਨ ਸੀ T2 'ਤੇ, ਐਂਡ ਸੋ ਔਨ x3 ਪੋਜੀਸ਼ਨ ਹੋਊਗੀ T3 'ਤੇ। ਤਾਂ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਇਹ ਪੋਜੀਸ਼ਨ, ਮੈਂ ਕਹਿ ਰਿਹਾ ਆਈ ਐਮ ਸੇਇੰਗ ਪੋਜੀਸ਼ਨ, ਮੈਂ ਪੋਜੀਸ਼ਨ ਦੀ ਗੱਲ ਕਰ ਰਿਹਾ। ਫਿਰ ਇਹਦਾ ਮਤਲਬ ਦੂਰੀ ਕਿੰਨੀ ਹੋਈ ਇੱਥੋਂ ਲੈ ਕੇ ਇੱਥੋਂ ਤੱਕ, ਡਿਸਟੈਂਸ ਕਿੰਨਾ ਹੋਇਆ। ਸੋ ਵਾਟ ਇਜ਼ ਡਿਸਟੈਂਸ, ਸੋ ਡਿਸਟੈਂਸ ਹੋਇਆ ਫਿਰ x1 ਮਾਈਨਸ x0, ਇੱਥੋਂ ਲੈ ਕੇ ਇੱਥੋਂ ਤੱਕ ਕਿੰਨਾ ਹੋਇਆ x2 ਮਾਈਨਸ x1, ਇੱਥੋਂ ਲੈ ਕੇ ਇੱਥੋਂ ਤੱਕ ਕਿੰਨਾ ਹੋਇਆ x3 ਮਾਈਨਸ x2। ਅਤੇ ਜੇ ਮੈਂ ਕਹਾਂ ਕਿ ਇੱਥੋਂ ਲੈ ਕੇ ਇੱਥੇ ਤੱਕ ਕਿੰਨਾ ਹੋਇਆ, ਫਿਰ ਇੱਥੋਂ ਲੈ ਕੇ ਤਾਂ x3 ਮਾਈਨਸ x0। ਅਤੇ ਜੇ ਮੈਂ ਕਹਾਂ ਇੱਥੇ ਤੱਕ x2 ਵਾਲੇ ਤੱਕ ਕਿੰਨਾ ਹੋਇਆ, ਇੱਥੇ ਤੱਕ ਕਿੰਨਾ ਹੋਇਆ, ਫਿਰ x2 ਮਾਈਨਸ x0 ਹੋਇਆ। ਤਾਂ ਆਹ x1 ਮਾਈਨਸ x0 ਆ, ਆਹ x2 ਮਾਈਨਸ x0 ਆ, x3 ਮਾਈਨਸ x0, ਮਤਲਬ ਇੱਥੋਂ ਲੈ ਕੇ ਇੱਥੇ ਤੱਕ ਸਾਰਾ x3 ਮਾਈਨਸ x0 ਆ। ਇੱਥੇ x2 ਵਾਲੇ ਤੱਕ ਜਿਹੜਾ ਪੁਆਇੰਟ ਆ, ਆਹ ਵਾਲੇ ਪੁਆਇੰਟ ਤੱਕ, ਸੋ ਇੱਥੇ ਤੱਕ ਜਿਹੜੀ ਦੂਰੀ ਤੈਅ ਕੀਤੀ ਗਈ ਉਹ x2 ਮਾਈਨਸ x0 ਆ। ਅਤੇ ਜੇ ਅਸੀਂ x1 ਤੋਂ x2 ਤੱਕ ਦੀ ਦੂਰੀ ਲੈਣੀ ਆ ਫਿਰ ਉਹ ਆਹ ਵਾਲੀ ਹੈਗੀ ਆ। ਇੱਥੋਂ ਵਾਲੇ ਇਹ ਵਾਲੀ ਗੱਲ ਤੁਹਾਡੇ ਦਿਮਾਗ 'ਚ ਬੈਠ ਜਾਣੀ ਚਾਹੀਦੀ ਆ ਕਿ ਪੋਜੀਸ਼ਨ ਜਿਹੜੀ ਹੈਗੀ ਆ ਉਸ ਜਗ੍ਹਾ ਦੇ ਉੱਪਰ ਲੱਗੇ ਹੋਏ ਮਾਰਕ ਹੁੰਦੇ ਆ, ਅਤੇ ਡਿਸਟੈਂਸ ਜਾਂ ਡਿਸਪਲੇਸਮੈਂਟ ਲੈਣ ਲਈ ਅਸੀਂ ਉਹ ਮਾਰਕਸ ਨੂੰ ਮਾਈਨਸ ਕਰਕੇ ਪਤਾ ਕਰਦੇ ਹਾਂ। ਇਹਦੀ ਟਾਈਮ ਜੇ ਪਤਾ ਕਰਨਾ ਤਾਂ ਟਾਈਮ ਨੂੰ ਵੀ ਘਟਾਉਣਾ ਪਊਗਾ। ਸੋ ਇਸ ਤਰ੍ਹਾਂ ਮੇਰੇ ਖਿਆਲ ਇਹ ਸਾਰੀ ਗੱਲ ਤੁਹਾਨੂੰ ਸਮਝ ਲੱਗ ਗਈ ਹੋਣੀ ਆ। ਹੁਣ ਜੇ ਆਪਾਂ x1 ਅਤੇ x2 ਦਾ ਨਾਮ ਰੱਖ ਦਈਏ, ਮੰਨ ਲਓ ਆਹ A ਪੁਆਇੰਟ ਆ ਜਿੱਥੋਂ ਇਹ ਗੱਲ ਸ਼ੁਰੂ ਹੋਈ ਟਾਈਮ 0 ਤੋਂ, A ਪੁਆਇੰਟ ਤੋਂ ਲੈ ਕੇ B ਪੁਆਇੰਟ ਤੱਕ, ਅਤੇ ਇਹਦੇ ਵਿਚਕਾਰ ਇੱਕ C ਪੁਆਇੰਟ ਅਤੇ D ਪੁਆਇੰਟ ਆ। ਅਸੀਂ ਪਤਾ ਕਰਨਾ ਚਾਹੁੰਦੇ ਹਾਂ CD ਦੇ ਜਿਹੜੀ ਜਗ੍ਹਾ ਆ, ਆਹ ਵਾਲੀ ਜਿਹੜੀ ਜਗ੍ਹਾ CD ਵਾਲੀ, ਇਹਦੇ ਵਿੱਚ ਸਾਰਾ ਸਿਸਟਮ ਇਹਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹਾਂ। ਸੋ ਇਹਦੇ ਵਿੱਚ ਦੂਰੀ ਕਿੰਨੀ, ਡਿਸਟੈਂਸ ਕਿੰਨਾ ਟਰੈਵਲ ਕੀਤਾ ਗਿਆ। ਸੋ ਇੱਥੇ ਡਿਸਟੈਂਸ ਜਿਹੜਾ ਹੈਗਾ ਉਹ x2 ਮਾਈਨਸ x1 ਹੋਇਆ, ਅਤੇ ਟਾਈਮ ਕਿੰਨਾ ਲੱਗਾ ਹੈ ਸਾਰੀ ਗੱਲਬਾਤ ਨੂੰ, ਇਹਨੂੰ ਲੱਗਾ T2 ਮਾਈਨਸ T1। ਸੋ ਮੇਰੇ ਖਿਆਲ ਇੱਥੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਤੁਸੀਂ ਇਹਨੂੰ ਪ੍ਰੈਕਟੀਕਲੀ ਕਰਕੇ ਦੇਖ ਲਓ। ਮੰਨ ਲਓ ਕਿ ਇੱਥੇ ਤੁਹਾਡੇ ਕੋਲ 10 ਵਜੇ ਸੀ, ਇੱਥੇ 11 ਵਜੇ ਸੀ, ਤਾਂ ਫਿਰ ਇਹਦਾ ਮਤਲਬ ਮੰਨ ਲਓ 12 ਵਜੇ ਸੀ ਤਾਂ 2 ਘੰਟੇ ਲੱਗ ਗਏ। ਜੇ ਆਪਾਂ 10 ਵਜੇ ਪੂਰੇ ਤਾਂ 12 ਵਜੇ ਪੂਰੇ ਆ, ਫੋਰ ਕਨਵੀਨੀਅੰਸ ਲੈ ਰਿਹਾ ਮੈਂ, ਤਾਂ 2 ਘੰਟੇ ਪੂਰੇ ਲੱਗ ਗਏ। ਮੰਨ ਲਓ ਇੱਥੇ ਆਪਾਂ ਮੰਨ ਲਓ ਕਿ ਜੇ ਆਪਾਂ ਕਹੀਏ ਵੀ ਇੱਥੇ ਸਾਡੇ ਕੋਲ ਪੋਜੀਸ਼ਨ ਸੀਗੀ 30 ਕਿਲੋਮੀਟਰ ਵਾਲਾ ਪੱਥਰ ਸੀਗਾ, ਅਤੇ ਇੱਥੇ ਮੰਨ ਲੈਂਦੇ ਹਾਂ ਆਪਾਂ ਵੀ 2 ਘੰਟੇ ਦੀ ਗੱਲ ਕਰਦੇ ਪਏ ਹਾਂ, ਤਾਂ 120 ਅਤੇ 150 160 70 170 ਕਿਲੋਮੀਟਰ ਵਾਲਾ ਪੱਥਰ ਆ ਮੰਨ ਲਓ ਇੱਥੇ।
ਸੋ ਇਹਦਾ ਮਤਲਬ ਜਿਹੜਾ ਤੁਹਾਡਾ ਡਿਸਟੈਂਸ ਆ ਉਹ ਜੇ 170 ਚੋਂ 30 ਘਟਾਉਂਗੇ ਤਾਂ 140 ਆ ਜਾਊਗਾ ਤੁਹਾਡਾ, ਜੇ ਇਸ ਹਿਸਾਬ ਨਾਲ ਚੱਲੀਏ ਆਪਾਂ। ਤੇ ਟਾਈਮ ਤੁਹਾਡੇ ਕੋਲ 12 ਦੇ ਵਿੱਚੋਂ 10 ਘਟਾ ਕੇ 2 ਘੰਟੇ ਆ ਜਾਊਗਾ, 2 ਆਵਰਸ। ਤੇ ਇੱਥੇ ਕਿਲੋਮੀਟਰ ਆ ਗਏ। ਤੇ ਇਹਦਾ ਮਤਲਬ ਫਿਰ ਸਪੀਡ ਕਿੰਨੀ ਬਣੀ, ਐਵਰੇਜ ਸਪੀਡ। ਸੋ ਐਵਰੇਜ ਸਪੀਡ ਤੁਹਾਡੀ ਬਣੀ 140 ਓਵਰ 2 ਘੰਟੇ। ਸੋ 70 ਕਿਲੋਮੀਟਰ ਪ੍ਰਤੀ ਘੰਟਾ ਜਿਹੜੀ ਆ ਉਹ ਰਫਤਾਰ ਤੁਹਾਡੀ ਸਪੀਡ ਜਿਹੜੀ ਆ ਉਹ ਬਣਦੀ ਆ। ਸੋ ਮੇਰੇ ਖਿਆਲ ਆ ਇਹ ਗੱਲ ਆਪਾਂ ਨੂੰ ਸਮਝ ਲੱਗ ਗਈ ਹੋਣੀ ਆ। ਬਿਲਕੁਲ ਸੌਖੇ ਸ਼ਬਦਾਂ ਵਿੱਚ ਮੈਂ ਤੁਹਾਨੂੰ ਕਰਕੇ ਦਿਖਾਇਆ। ਸੋ ਇਹ ਵਾਲੀ ਚੀਜ਼ ਜਿਹੜੀ ਹੈਗੀ ਬੇਸਿਕਲੀ ਜਦੋਂ ਅਸੀਂ ਨੰਬਰਾਂ ਦੀ ਗੱਲ ਆਪਾਂ ਬਾਰ-ਬਾਰ ਨਹੀਂ ਕਰਨੀ। ਸੋ ਅਸੀਂ ਉੱਥੇ ਵੀ x2 - x1 ਤੇ t2 - t1 ਕਰ ਲੈਣਾ ਵਾ। ਜਾਂ ਮੰਨ ਲਓ ਅਸੀਂ ਕਹਿਣਾ ਹੋਵੇ ਕਿ a ਤੇ ਲੈ ਕੇ b ਤੱਕ ਗੱਲ ਕਰੋ, ਤਾਂ ab ਦੀ ਜੇ ਗੱਲ ਕਰੋ ਤਾਂ ab ਦੀ ਗੱਲ ਜੇ ਆਪਾਂ ਕਰਨੀ ਆ ਤਾਂ ਫਿਰ ਆਪਾਂ ਕੀ ਲਿਖਾਂਗੇ, ਫਿਰ ਆਪਾਂ ਲਿਖਾਂਗੇ ਜਿਹੜੀ ਸਪੀਡ ਦੀ ਗੱਲ ਜੇ ਆਪਾਂ ਕਰਾਂਗੇ ਤਾਂ ਸਪੀਡ ਆਪਾਂ ਫਿਰ ਲਿਖਾਂਗੇ x3 - x0 ਬਟਾ t3 - t0। ਸੋ ਮੇਰਾ ਖਿਆਲ ਹੈ ਆਪਾਂ ਨੂੰ ਇਹ ਗੱਲ ਹੁਣ ਤੱਕ ਕਲੀਅਰ ਹੋ ਗਈ ਹੋਣੀ ਆ। ਸੋ ਦਿਸ ਇਜ਼ ਹਾਊ ਵੀ ਕੈਲਕੂਲੇਟ ਸਪੀਡ ਐਂਡ ਐਵਰੇਜ ਸਪੀਡ। ਸੋ ਇਹ ਬੇਸਿਕਲੀ ਜਿਹੜਾ ਵੀ ਅਸੀਂ ਆ ਜਿੰਨਾ ਹੁਣ ਸਾਰਾ ਕੰਮ ਕੀਤਾ ਇਹ ਐਵਰੇਜ ਹੀ ਪਤਾ ਕੀਤਾ, ਕਿਉਂਕਿ ਸਾਰੀ ਇਹ ਰਸਤੇ ਵਿੱਚ ਤੁਸੀਂ ਕਿੱਦਾਂ ਚੱਲੇ ਸੀ ਉਹ ਆਪਾਂ ਨੂੰ ਆਈਡੀਆ ਨਹੀਂ ਹੈਗਾ ਕਿ ਆਪਾਂ ਕਿੱਦਾਂ ਚੱਲਦੇ ਪਏ ਹਾਂ। ਸੋ ਇਸ ਲਈ ਆਪਾਂ ਜਿਹੜਾ ਹੈਗਾ ਇੱਥੇ ਜਿਹੜੀ ਗੱਲਬਾਤ ਕੀਤੀ ਆ ਉਹ ਟੋਟਲ ਜਿਹੜਾ ਹੈਗਾ ਉਹ ਡਿਸਟੈਂਸ ਲੈ ਕੇ ਤੇ ਟੋਟਲ ਟਾਈਮ ਲੈ ਕੇ ਉਹਨੂੰ ਨੋਟ ਕੀਤਾ, ਤਾਂ ਉਹ ਆਪਣੇ ਕੋਲ ਐਵਰੇਜ ਸਪੀਡ ਹੀ ਆ ਰਹੀ ਆ। ਸੋ ਇਹ ਬੇਸਿਕਲੀ ਐਵਰੇਜ ਸਪੀਡ ਹੀ ਆਪਾਂ ਕੈਲਕੂਲੇਟ ਕੀਤੀ, ਕੋਈ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ ਲੈ ਰਹੇ ਹਾਂ ਆਪਾਂ। So this is how you have this. So therefore if I write speed as v and distance as s and time ਦਾ difference ਲੈ ਲਈਏ t, ਤਾਂ ਇਹ ਤੁਹਾਡੇ ਕੋਲ ਜਿਹੜਾ ਉੱਪਰ ਮੈਂ ਫਾਰਮੂਲਾ ਲਿਖਿਆ ਉਹੀ which implies ਕਿ velocity into time is equal to ਡਿਸਟੈਂਸ ਜਾਂ ਡਿਸਪਲੇਸਮੈਂਟ ਹੁੰਦਾ। ਤਾਂ ਜੇ ਅਸੀਂ ਇਹਨੂੰ ਇਸੇ ਢੰਗ ਨਾਲ ਲਿਖਿਆ ਰਹਿਣ ਦੀਏ ਤਾਂ ਫਿਰ ਆਪਾਂ ਲਿਖਾਂਗੇ v into t3 - t0 is equal to x3 - x0। ਹੁਣ ਜਿਹੜਾ ਘਟਾ ਕੇ ਆਊਗਾ ਇਹ ਆਊਗਾ ਡਿਸਟੈਂਸ, ਪਰ ਜੇ ਮੈਂ ਤੁਹਾਨੂੰ ਕਹਾਂ x3 ਲੱਭੋ ਤਾਂ x3 ਚੋਂ x0 ਘਟਾ ਕੇ ਇੰਨਾ ਆਨਸਰ ਆਇਆ ਤਾਂ ਫਿਰ x3 ਕਿੰਨਾ ਹੋਊਗਾ, x3 x0 ਜਿਹੜਾ ਇੱਧਰ ਸ਼ਿਫਟ ਹੋ ਕੇ ਟਰਾਂਸਪੋਜ਼ ਹੋ ਕੇ ਜਦੋਂ ਬਰਾਬਰ ਦੇ ਉੱਧਰ ਕਿਸੇ ਨੂੰ ਲੈ ਕੇ ਜਾਈਦਾ, ਜੇ ਉਹਦੇ ਮੋਰੇ ਮਾਈਨਸ ਹੋਵੇ ਤਾਂ ਦੂਜੇ ਪਾਸੇ ਜਾ ਕੇ ਜਮ੍ਹਾਂ ਹੋ ਜਾਂਦਾ ਹੁੰਦਾ। ਤੇ ਇੱਧਰ ਵੀ ਤੇ ਆ ਲਿਖਿਆ ਹੀ ਹੋਇਆ ਸੀ। ਸੋ v t3 - t0 ਜਮ੍ਹਾਂ x0। ਇਹਦਾ ਮਤਲਬ ਤੁਹਾਡੀ ਜਿਹੜੀ ਨਵੀਂ ਪੋਜੀਸ਼ਨ ਆ ਜਿਹੜੀ ਚੀਜ਼ ਤੁਹਾਨੂੰ ਹੁਣ ਪਤਾ ਲੱਗੀ, ਇਹ ਪੋਜੀਸ਼ਨ ਪਤਾ ਲੱਗੀ ਵੀ ਨਵੀਂ ਪੋਜੀਸ਼ਨ t3 - t ਟਾਈਮ ਤੋਂ ਬਾਅਦ ਜੇ v ਵੈਲੋਸਿਟੀ ਨਾਲ ਉਹ ਚੀਜ਼ ਚੱਲਦੀ ਪਈ ਸੀ, x0 ਤੇ ਸ਼ੁਰੂ ਤੇ ਖੜੀ ਸੀ, ਤਾਂ ਫਿਰ ਆਪਣੇ ਕੋਲ ਜਿਹੜਾ ਹੈਗਾ t0 ਟਾਈਮ ਤੇ ਉਹ ਖੜੀ ਸੀ x0 ਤੇ, ਤਾਂ ਫਿਰ x3 ਜਿਹੜਾ ਨਵੀਂ ਥਾਂ ਜਿਹੜੀ ਨਵੀਂ ਪੋਜੀਸ਼ਨ ਆ ਨਵੀਂ ਸਥਿਤੀ ਆ ਉਹ ਕਿੰਨੀ ਆਊਗੀ। ਸੋ ਉਹ ਕਿੰਨੀ ਆਊਗੀ v ਸਪੀਡ ਨਾਲ ਜਾ ਕੇ t3 ਟਾਈਮ ਬਾਅਦ ਜਦੋਂ t0 ਟਾਈਮ ਤੇ ਉਹ x0 ਥਾਂ ਤੇ ਖੜਾ ਸੀ ਤੇ ਉਸ ਵੇਲੇ x3 ਉਹਦਾ ਜਵਾਬ ਆਊਗਾ। ਮਤਲਬ ਇੱਥੋਂ ਹੀ ਤੁਸੀਂ ਆਹ ਵਾਲੀ ਚੀਜ਼ ਤੋਂ ਹੀ ਕੈਲਕੂਲੇਟ ਕਰ ਸਕਦੇ ਆ। ਆ ਇੱਕ ਦਿਨਾਂ ਦਾ ਤੁਹਾਡਾ ਇੱਕ ਰਿਜ਼ਲਟ ਬਣ ਗਿਆ, ਇੱਕ ਫਾਰਮੂਲਾ ਬਣ ਗਿਆ ਵਾਲਾ ਵੀ। ਸੋ ਦਿਸ ਇਜ਼ ਅ ਫਾਰਮੂਲਾ। So this is how we get the things from what we are talking। ਜੋ ਅਸੀਂ ਗੱਲਾਂ ਕਰਦੇ ਹੁੰਦੇ ਆ ਉਹ ਗੱਲਾਂ ਕਰਦੇ ਕਰਦੇ ਆਪਾਂ ਉਹਦੇ ਤੋਂ ਮੈਥੇਮੈਟੀਕਲ ਫਾਰਮੂਲਾ ਜਿਹੜਾ ਹੈਗਾ ਉਹ ਪੈਦਾ ਕਰ ਲੈਂਦੇ ਹੁੰਦੇ ਆ। ਤੇ ਮੈਥੇਮੈਟੀਕਲ ਫਾਰਮੂਲਾ ਸਾਨੂੰ ਕੁਛ ਦੱਸਦਾ ਹੁੰਦਾ ਜੇ ਅਸੀਂ ਸਾਰੀਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਸਮਝਦੇ ਰਹੀਏ ਵੀ ਹੁੰਦਾ ਕੀ ਪਿਆ, ਕੀ ਡੈਫੀਨੇਸ਼ਨਸ ਚੱਲਦੀਆਂ ਪਈਆਂ, ਕੀ ਗੱਲਾਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਅਸੀਂ ਬੜੇ ਆਰਾਮ ਨਾਲ ਉਹ ਸਾਰਾ ਕੁਛ ਸਮਝ ਸਕਦੇ ਹਾਂ। ਸੋ ਗ੍ਰਾਫ ਦੀ ਗੱਲ ਆਪਾਂ ਅੱਗੇ ਕਰ ਚੁੱਕੇ ਹੈਗੇ ਹਾਂ ਕਿ ਜੇ ਪੋਜੀਸ਼ਨ ਟਾਈਮ ਗ੍ਰਾਫ ਦੀ ਆਪਾਂ ਗੱਲ ਕਰੀਏ ਦੁਬਾਰਾ ਤੋਂ ਫਿਰ ਆਪਾਂ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਹਾਂ। ਆਪਾਂ ਆਲਰੇਡੀ ਗੱਲ ਕਰ ਲਈ ਸੀ। ਮੈਂ ਮੰਨ ਲਓ ਕੋਈ ਆਹ ਆਪਣੇ ਕੋਲ ਟਾਈਮ ਹੈਗਾ, ਇੱਧਰ ਆਪਣੇ ਕੋਲ ਪੋਜੀਸ਼ਨ, ਹੁਣ ਦੇਖੋ ਪੋਜੀਸ਼ਨ ਕਹਿ ਰਿਹਾ ਮੈਂ, ਡਿਸਟੈਂਸ ਜਾਂ ਡਿਸਪਲੇਸਮੈਂਟ ਨਹੀਂ ਕਹਿ ਰਿਹਾ। ਸੋ ਦਿਸ ਇਜ਼ ਟਾਈਮ ਐਂਡ ਪੋਜੀਸ਼ਨ। ਸੋ ਟਾਈਮ ਤੇ ਪੋਜੀਸ਼ਨ ਜਿਹੜਾ ਹੈਗਾ, ਸੋ ਜੇ ਮੰਨ ਲਓ ਕਿਸੇ ਵੇਲੇ ਜਦੋਂ ਟਾਈਮ ਹਲੇ ਸ਼ੁਰੂ ਹੀ ਹੋਇਆ ਸੀ ਤੇ ਤੁਹਾਡੀ ਪੋਜੀਸ਼ਨ ਜਿਹੜੀ ਸੀਗੀ ਉਹ ਮੰਨ ਲਓ ਕਿ 20 ਸੀਗੀ, ਤਾਂ ਉਸ ਤੋਂ ਬਾਅਦ ਟਾਈਮ ਵੱਧਦਾ ਗਿਆ, ਤੁਸੀਂ ਆਪਣੀ ਹੋਰ ਗਾਂਹ ਵੱਧ ਗਏ, ਹੋਰ ਗਾਂਹ ਵਧੀ ਗਏ, ਟਾਈਮ ਬੀਤੀ ਗਿਆ ਤੇ ਟਾਈਮ ਇੱਧਰ ਨੂੰ ਬੀਤ ਰਿਹਾ, ਤੁਸੀਂ ਪੋਜੀਸ਼ਨ ਉੱਧਰ ਨੂੰ ਚੇਂਜ ਹੋ ਰਹੀ, ਉਹ ਟਾਈਮ ਨੂੰ ਨਾਲ ਸ਼ੋ ਕਰਨਾ, ਇਸ ਲਈ ਤੁਹਾਡਾ ਗ੍ਰਾਫ ਇੱਧਰ ਨੂੰ ਮੰਨ ਲਓ ਚਲਾ ਗਿਆ। ਫਿਰ ਇਹਦਾ ਮਤਲਬ ਟਾਈਮ ਦੇ ਵਧਣ ਨਾਲ ਤੁਹਾਡੀ ਪੋਜੀਸ਼ਨ ਜਿਹੜੀ ਆ ਇੱਥੇ ਇੰਨੇ ਟਾਈਮ ਤੇ ਇੱਥੇ ਸੀ, ਇੰਨੇ ਟਾਈਮ ਤੇ ਤੁਸੀਂ ਇੱਥੇ ਸੀ,
ठीक है। आ वाले टाइम ते तुसी इस जगह ते पहुँचे हुए हैं। सो आ टाइम आ, सो से दिस इज़ T1 टाइम, T2 टाइम, T3 टाइम। सो T1 टाइम ते सीधी लाइन लैके जाओ तो इनू फिर इत्थों ऐ नू मोड़ दिओ, तो यदा मतलब T1 टाइम ते तुसी x1 दूर आ, T2 टाइम ते तुसी x2 दूर आ, T3 टाइम ते तुसी x3 दूर आ। मतलब टाइम ते पोजीशन जिहड़ी हैगी आ तुसी ਇੱਕੋ ਵੇਲੇ ਸਾਰੀ ਗੱਲਬਾਤ ਜਿਹੜੀ ਆ ਉਹ ਦੱਸ ਸਕਦੇ ਹਾਂ। ਸੋ ਇਹਦੇ ਵਿੱਚ ਆਪਾਂ ਇੱਥੋਂ ਇੱਕ ਕੋਈ ਵੀ ਜਗ੍ਹਾ 'ਤੇ ਗ੍ਰਾਫ ਦੇ ਵਿੱਚ ਜਿਹੜੀ ਕਿ ਤੁਸੀਂ ਹੋ ਸਕਦਾ ਮੇਜਰ ਨਾ ਕੀਤੀ ਹੋਵੇ, ਸੱਚੀ ਮੁੱਚੀ ਨਾ ਨੋਟ ਕੀਤੀ ਹੋਵੇ, ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਇਹਦੇ ਵਿੱਚ ਮੰਨ ਲਓ ਕਿ ਆਹ ਵਾਲੀ ਜਗ੍ਹਾ ਤੋਂ ਲੈ ਕੇ ਅਤੇ ਆਹ ਵਾਲੀ ਜਗ੍ਹਾ ਤੱਕ ਸੇ ਅਪ ਟੂ ਦਿਸ ਮਾਰਕ, ਸੋ ਆਹ ਵਾਲਾ ਅਤੇ ਆਹ ਵਾਲਾ ਪੁਆਇੰਟ ਐਵੇਂ ਹੀ ਲੈ ਲਿਆ ਰੈਂਡਮਲੀ, ਤੁਹਾਡਾ ਦਿਲ ਕੀਤਾ ਤੁਸੀਂ ਲੈ ਲਿਆ। ਸੋ ਆਹ ਵਾਲੀ ਜਗ੍ਹਾ 'ਤੇ ਤੁਸੀਂ ਟਾਈਮ ਨੋਟ ਕੀਤਾ, ਆਹ ਵਾਲੀ ਜਗ੍ਹਾ 'ਤੇ ਤੁਸੀਂ ਟਾਈਮ ਨੋਟ ਕੀਤਾ। ਸੋ ਯੂ ਕੈਨ ਸੇ ਟੀ ਟਾਈਮ ਐਂਡ ਟੀ ਡੈਸ਼ ਟਾਈਮ, ਸੋ ਮਾਰਕਿੰਗ ਹੀ ਲਾਣੀ ਆ ਅਲੱਗ ਤਰ੍ਹਾਂ ਦੀ। ਸੋ ਟੀ ਟਾਈਮ ਅਤੇ ਟੀ ਡੈਸ਼ ਟਾਈਮ, ਸੋ ਇਹ ਵਾਲੇ ਟਾਈਮ 'ਤੇ ਐਕਸ ਦੂਰੀ ਆ ਅਤੇ ਆਹ ਵਾਲੀ ਜਗ੍ਹਾ 'ਤੇ ਐਕਸ ਡੈਸ਼ ਦੂਰੀ ਆ। ਇਹਦਾ ਮਤਲਬ ਕਿ ਆਪਾਂ ਇੱਥੋਂ ਇਹਦਾ ਮਤਲਬ ਆਹ ਵਾਲੀ ਜਿਹੜੀ ਦੂਰੀ ਬਣੂਗੀ, ਆਹ ਵਾਲੀ ਦੂਰੀ ਬਣੂਗੀ ਉਹ ਟੀ ਡੈਸ਼ ਘਟਾਓ ਟੀ ਬਣੂਗੀ, ਅਤੇ ਆਹ ਵਾਲੀ ਜਿਹੜੀ ਦੂਰੀ ਆ ਆਹ ਵਾਲੀ ਇੱਦਾਂ ਖੜੀ ਦੂਰੀ ਇਹ ਕਿੰਨੀ ਬਣੂਗੀ ਗ੍ਰਾਫ ਦੇ ਹਿਸਾਬ ਨਾਲ, ਗ੍ਰਾਫ ਦੇ ਹਿਸਾਬ ਨਾਲ ਇਹ ਦੂਰੀ ਹੋਈ ਆ, ਠੀਕ ਹੈ ਨਾ। ਹੈਗਾ ਇਹ ਟਾਈਮ ਆ, ਪਰ ਜੇ ਮੈਂ ਨਾਪੂੰਗਾ ਤਾਂ ਮੈਂ ਦੂਰੀ ਹੀ ਕਹੂੰਗਾ ਇਹਨੂੰ ਗ੍ਰਾਫ ਦੇ ਹਿਸਾਬ ਨਾਲ, ਕਿਉਂਕਿ ਮੈਂ ਤਾਂ ਇੱਥੋਂ ਘਟਾ ਰਿਹਾ ਨਾ। ਸੋ ਟਾਈਮ ਦੀ ਦੂਰੀ ਹੋ ਗਈ ਹੈ ਕਿ ਗ੍ਰਾਫ ਦੇ ਵਿੱਚ ਆ ਰਹੀ ਹੈ ਇਹ ਗੱਲ। ਬੇਸਿਕਲੀ ਸਾਨੂੰ ਪਤਾ ਕਿ ਟਾਈਮ ਹੈਗਾ ਅਤੇ ਜਿਹੜੀ ਆ ਡਿਸਟੈਂਸ ਹੈਗੀ ਆ। ਸੋ ਇਹ ਬਣਿਆ ਤੁਹਾਡੇ ਕੋਲ ਐਕਸ ਡੈਸ਼ ਮਾਈਨਸ ਐਕਸ। ਇਹਦਾ ਨਾਮ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨੂੰ ਆਪਾਂ ਡੈਲਟਾ ਟੀ ਕਹਿ ਦਿੰਦੇ। ਸੋ ਆਹ ਜਿਹੜਾ ਮਾਰਕ ਮੈਂ ਪਾਇਆ ਆਹ ਵਾਲਾ ਦੇਖੋ, ਇਹ ਇੱਦਾਂ ਕਰਕੇ ਇਹ ਇੱਦਾਂ ਐਸ ਜਿਹਾ ਬਣਾ ਕੇ ਇਹਨੂੰ ਟੱਪਣਾ ਨਹੀਂ ਹੈਗਾ। ਸੋ ਇਟ ਵਿਲ ਬੀ ਸਮਥਿੰਗ ਲਾਈਕ ਦਿਸ। ਸੋ ਇੱਦਾਂ, ਸੋ ਇਹ ਜਿਹੜਾ ਐਸ ਜਿਹਾ ਪਾ ਕੇ ਇਹਨੂੰ ਥੱਲਿਓਂ ਬੰਦ ਕਰ ਦਿੰਦੇ, ਇਹਨੂੰ ਵੀ ਡੈਲਟਾ ਕਹਿੰਦੇ ਆ। ਸੋ ਦਿਸ ਇਜ਼ ਡੈਲਟਾ, ਆ ਵੀ ਡੈਲਟਾ ਹੀ ਆ, ਇਹ ਵੱਡਾ ਡੈਲਟਾ ਵਾ। ਸੋ ਦਿਸ ਇਜ਼ ਕੈਪੀਟਲ ਡੈਲਟਾ, ਦਿਸ ਇਜ਼ ਸਮਾਲ ਡੈਲਟਾ। ਜਿੱਦਾਂ ਆ ਵੱਡਾ ਏ ਹੁੰਦਾ ਵਾ, ਆ ਛੋਟਾ ਏ ਹੁੰਦਾ ਵਾ। ਸੋ ਇੱਦਾਂ ਹੀ ਆਹ ਵੱਡਾ ਡੈਲਟਾ ਆ, ਆ ਛੋਟਾ ਡੈਲਟਾ ਆ। ਸੋ ਅਸੀਂ ਕਿਸੇ ਵੀ ਡੈਲਟਾ ਦਾ ਪ੍ਰਯੋਗ ਕਰ ਸਕਦੇ ਹਾਂ। ਸੋ ਅਸੀਂ ਇਹਨੂੰ ਡੈਲਟਾ ਟੀ ਲਿਖ ਲੈਂਦੇ ਹਾਂ ਐਂਡ ਸੇ ਦਿਸ ਇਜ਼ ਡੈਲਟਾ ਐਕਸ। ਸੋ ਦਿਸ ਇਜ਼ ਡੈਲਟਾ ਐਕਸ। ਇਹਦਾ ਮਤਲਬ ਗ੍ਰਾਫ ਤੋਂ ਜੇ ਮੈਂ ਸਪੀਡ ਦਾ ਪਤਾ ਲਾਣਾ ਹੋਵੇ ਤਾਂ ਸਪੀਡ ਇਜ਼ ਇਕੁਅਲ ਟੂ ਡੈਲਟਾ ਐਕਸ ਓਵਰ ਡੈਲਟਾ ਟੀ ਹੁੰਦੀ ਆ। ਸੋ ਡੈਲਟਾ ਐਕਸ ਓਵਰ ਡੈਲਟਾ ਟੀ, ਸੋ ਇੱਥੋਂ ਡੈਲਟਾ ਐਕਸ ਓਵਰ ਡੈਲਟਾ ਟੀ ਜਾਂ ਯੂ ਕੈਨ ਸੇ ਐਕਸ ਡੈਸ਼ ਮਾਈਨਸ ਐਕਸ ਓਵਰ ਟੀ ਡੈਸ਼ ਮਾਈਨਸ ਟੀ। ਹੁਣ ਇਹਦੇ ਜਿਹੜੇ ਐਕਸ ਡੈਸ਼ ਐਕਸ ਅਤੇ ਟੀ ਡੈਸ਼ ਟੀ ਸੀਗੇ ਉਹ ਤੁਸੀਂ ਅਸਲ ਵਿੱਚ ਮੇਜਰ ਨਹੀਂ ਸੀ ਕੀਤੇ। ਸੋ ਉਹ ਤੁਸੀਂ ਕਿੱਥੋਂ ਲਏ, ਉਹ ਤੁਸੀਂ ਗ੍ਰਾਫ ਤੋਂ ਮੇਜਰ ਕਰਕੇ ਲੈ ਲਏ। ਹੁਣ ਜੇ ਤੁਸੀਂ ਇਹ ਗ੍ਰਾਫ ਦੇ ਬਾਰੇ ਤੁਹਾਨੂੰ ਗ੍ਰਾਫ ਥਿਊਰੀ ਪਤਾ, ਗ੍ਰਾਫ ਦੇ ਬਾਰੇ ਨੌਲੇਜ ਹੈ, ਕੋਆਰਡੀਨੇਟ ਜਮੈਟਰੀ ਪੜ੍ਹੀ ਆ, ਤਾਂ ਕੋਆਰਡੀਨੇਟ ਜਮੈਟਰੀ 'ਚ ਸਾਨੂੰ ਪਤਾ ਕਿ ਗ੍ਰਾਫ ਦਾ ਜਿਹੜਾ ਸਲੋਪ ਹੋਇਆ ਕਰਦਾ, ਸੋ ਦੈਟ ਇਜ਼ ਗਿਵਨ ਬਾਏ ਦਿਸ। ਸੋ ਜੇ ਆਪਾਂ ਗ੍ਰਾਫ ਦਾ ਜੇ ਸਲੋਪ ਲੈਣਾ ਹੋਵੇ ਕਿ ਆਹ ਗ੍ਰਾਫ ਦੀ ਢਲਾਨ ਕਿੰਨੀ ਆ, ਇਹ ਢਾਲ ਕਿੰਨੀ ਆ ਜਾਂ ਢਲਾਨ ਜਾਂ ਸਲੋਪ ਕਿੰਨੀ ਆ, ਤਾਂ ਸਲੋਪ ਜਿਹੜੀ ਹੁੰਦੀ ਆ ਗ੍ਰਾਫ ਦੀ, ਸੋ ਦੈਟ ਇਜ਼ ਗਿਵਨ ਬਾਏ ਟੈਂਜੈਂਟ ਥੀਟਾ। ਸੋ ਅਸੀਂ ਕੀ ਕਰਦੇ ਹਾਂ, ਸੋ ਅਸੀਂ ਇਹਨੂੰ ਇੱਥੇ ਪਿੱਛੇ ਨੂੰ ਲੈ ਜਾਂਦੇ ਹਾਂ। ਸੋ ਆਹ ਮੰਨ ਲਓ ਥੀਟਾ ਬਣਿਆ, ਸੋ ਦਿਸ ਇਜ਼ ਇਕੁਅਲ ਟੂ ਟੈਂਜੈਂਟ ਥੀਟਾ, ਠੀਕ ਆ। ਸੋ ਇਹਨੂੰ ਆਪਾਂ ਦੇਖ ਸਕਦੇ ਹਾਂ ਕਿ ਟੈਂਜੈਂਟ ਥੀਟਾ ਜਾਂ ਐਂਗਲ ਥੀਟਾ ਤਾਂ ਆ ਵੀ ਥੀਟਾ ਹੀ ਹੋਣਾ ਆ। ਤਾਂ ਜੇ ਆ ਮੰਨ ਲਓ ਇਹਨੂੰ ਮੈਂ ਐਕਸ 0 ਪੁਆਇੰਟ ਮੰਨਾਂ ਅਤੇ ਆਹ ਵਾਲੇ ਨੂੰ ਐਕਸ ਸੇ ਇੱਥੇ ਟਾਈਮ ਲੈਣਾ ਆਪਾਂ T0 ਅਤੇ ਇਹਨੂੰ T1 ਮੰਨਾਂਗੇ। ਸੋ ਆਹ ਵਾਲੇ ਪੁਆਇੰਟ ਨੂੰ ਆਪਾਂ x0 ਅਤੇ ਇਹਨੂੰ ਆਪਾਂ x1 ਮੰਨਾਂਗੇ। ਤਾਂ ਫਿਰ ਆਪਣੇ ਕੋਲ ਟੈਨ ਥੀਟਾ ਬੇਸਿਕਲੀ ਕੀ ਹੁੰਦਾ, ਟੈਨ ਥੀਟਾ ਜਿਹੜਾ ਹੁੰਦਾ ਖੜੀ ਲਾਈਨ ਬਟਾ ਲੇਟੀ ਲਾਈਨ ਹੁੰਦਾ, ਮਤਲਬ ਕਿ ਪਰਪੈਂਡੀਕੂਲਰ ਓਵਰ ਬੇਸ ਹੁੰਦਾ। ਸੋ ਪਰਪੈਂਡੀਕੂਲਰ ਇੱਥੇ ਤੁਸੀਂ ਦੇਖ ਸਕਦੇ ਹੋ, ਜਾਂ ਆਹ ਵਾਲੀ ਫਿਗਰ 'ਚ ਤੁਸੀਂ ਦੇਖੋ ਤਾਂ ਦਿਸ ਇਜ਼ ਯੂਅਰ ਪਰਪੈਂਡੀਕੂਲਰ, ਦਿਸ ਇਜ਼ ਯੂਅਰ ਬੇਸ, ਦਿਸ ਇਜ਼ ਯੂਅਰ ਟ੍ਰਾਇੰਗਲ। ਬੇਸਿਕਲੀ ਆਹ ਇੱਕ ਟ੍ਰਾਇੰਗਲ ਬਣ ਗਈ ਨਾ ਤੁਹਾਡੇ ਕੋਲ। ਸੋ ਇਹ ਰਾਈਟ ਐਂਗਲ ਟ੍ਰਾਇੰਗਲ ਆ, ਠੀਕ ਆ। ਸੋ ਇੱਦਾਂ ਹੀ ਆਪਾਂ ਹਜੇ ਸੈਪਰੇਟਲੀ ਇਸ ਗੱਲ ਨੂੰ ਡੀਲ ਕਰਦੇ ਪਏ ਹਾਂ, 90 ਡਿਗਰੀ ਐਂਗਲ ਆ। ਸੋ ਆਹ ਖੜੀ ਹੋਈ ਲਾਈਨ ਆ ਇੱਥੇ ਤੱਕ, ਇੰਨਾ ਡਿਸਟੈਂਸ। ਸੋ ਵਟ ਇਜ਼ ਦਿਸ ਡਿਸਟੈਂਸ, ਦਿਸ ਇਜ਼ ਯੂਅਰ ਵਰਟੀਕਲ ਹਾਈਟ ਐਂਡ ਦਿਸ ਇਜ਼ ਯੂਅਰ ਹੋਰੀਜ਼ੋਨਟਲ। ਸੋ ਐਕਸ ਐਕਸਿਸ ਵਿੱਚ ਤੁਹਾਡੀ ਕਿੰਨੀ ਦੂਰੀ ਆ ਅਤੇ ਵਾਈ ਦੇ ਵਿੱਚ ਤੁਹਾਡੀ ਕਿੰਨੀ ਦੂਰੀ ਆ। ਸੋ ਇਹਨੂੰ ਆਪਾਂ ਕੀ ਕਿਹਾ ਸੀਗਾ ਡੈਲਟਾ ਐਕਸ, ਇਹਨੂੰ ਆਪਾਂ ਕਿਹਾ ਸੀ ਡੈਲਟਾ ਟੀ। ਸੋ ਇਹਦਾ ਮਤਲਬ ਇਹ ਤੁਹਾਡੇ ਕੋਲ ਬੇਸਿਕਲੀ ਡੈਲਟਾ ਐਕਸ ਓਵਰ ਡੈਲਟਾ ਟੀ ਜਿਹੜੀ ਚੀਜ਼ ਆ ਜਿਹਨੂੰ ਤੁਸੀਂ ਸਪੀਡ ਕਹਿ ਰਹੇ ਹੋ ਇੱਥੇ, ਸੋ ਇਹ ਅਸਲ ਵਿੱਚ ਜੇ ਗ੍ਰਾਫ ਦੇ ਹਿਸਾਬ ਨਾਲ ਗੱਲ ਕਰਨੀ ਆ ਤਾਂ ਇਹ ਉਸ ਗ੍ਰਾਫ ਦਾ ਸਲੋਪ ਆ। ਸੋ ਸਲੋਪ ਇਜ਼ ਡੈਲਟਾ ਐਕਸ ਬਾਏ ਡੈਲਟਾ ਟੀ, ਦਿਸ ਇਜ਼ ਵੈਰੀ ਇੰਪੋਰਟੈਂਟ। ਸੋ ਇਹਦਾ ਮਤਲਬ ਕਿ ਜੇ ਗ੍ਰਾਫ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਹੁੰਦਾ ਆਪਣੇ ਕੋਲ, ਸੋ ਗ੍ਰਾਫ ਇੱਦਾਂ ਦਾ ਹੁੰਦਾ, ਮਤਲਬ ਇੱਧਰ ਟਾਈਮ ਆ, ਇੱਧਰ ਆਪਣੇ ਕੋਲ ਪੋਜੀਸ਼ਨ ਆ। ਹੁਣ ਇਹ ਗ੍ਰਾਫ ਟਾਈਮ ਵਧੀ ਜਾ ਰਿਹਾ ਵਧੀ ਜਾ ਰਿਹਾ ਵਧੀ ਜਾ ਰਿਹਾ, ਪੋਜੀਸ਼ਨ ਕਿੰਨੀ ਆ ਇੰਨੀ, ਪੋਜੀਸ਼ਨ ਕਿੰਨੀ ਆ ਇਹਦੇ ਸੇ ਇੱਥੇ ਹੀ, ਪੋਜੀਸ਼ਨ ਇੱਥੇ ਹੀ ਇੱਥੇ ਹੀ ਇੱਥੇ ਹੀ,
ਸੋ ਟਾਈਮ ਵਧੀ ਜਾ ਰਿਹਾ, ਪੋਜੀਸ਼ਨ ਨੂੰ ਕੋਈ ਫਰਕ ਹੀ ਨਹੀਂ ਪਿਆ, ਪੋਜੀਸ਼ਨ ਉੱਥੇ ਹੀ ਰਹਿ ਗਈ, ਮੰਨ ਲਓ ਕਿ 25 ਜਾਂ 50 ਜਾਂ 20 ਵਟ ਐਵਰ। ਸੋ ਜਿੰਨਾ ਮਰਜ਼ੀ ਟਾਈਮ ਸੀਗਾ ਤਾਂ ਬੋਡੀ ਜਿਹੜੀ ਸੀ 20 ਤੇ ਹੀ ਸੀਗੀ, ਮੀਨਸ ਇਹ ਸਟੇਸ਼ਨਰੀ ਆ। ਸੋ ਦਿਸ ਇਜ਼ ਪੋਜੀਸ਼ਨ ਐਂਡ ਦਿਸ ਇਜ਼ ਟਾਈਮ। ਸੋ ਇਹ ਸਟੇਸ਼ਨਰੀ ਆ, ਇਹਦਾ ਮਤਲਬ ਇਹਦਾ ਸਲੋਪ ਤੁਹਾਨੂੰ ਪਤਾ ਕਿ ਇਹਦੀ ਢਲਾਨ ਤੁਹਾਨੂੰ ਨਜ਼ਰ ਹੀ ਨਹੀਂ ਆ ਰਹੀ, ਸੋ ਇਹਦਾ ਸਲੋਪ 0 ਆ। ਸੋ ਇਹਦਾ ਸਲੋਪ 0 ਆ, ਇਹਦਾ ਸਲੋਪ 0 ਮੈਨੇ ਸਪੀਡ 0, ਸਪੀਡ 0। ਸੋ ਇਹਦੀ ਕੋਈ ਸਪੀਡ ਨਹੀਂ ਹੈਗੀ। ਇਹਦਾ ਮਤਲਬ ਆ ਕਿ ਜੇ ਮੰਨ ਲਓ ਆਪਾਂ ਕਹਿੰਦੇ ਹਾਂ ਕਿ ਇੱਦਾਂ ਦਾ ਢਲਾਨ ਇਹਦੀ ਜਿਹੜੇ ਗ੍ਰਾਫ ਆ ਉਹ, ਇਹ ਗੱਲਾਂ ਬਹੁਤ ਇੰਪੋਰਟੈਂਟ ਹੈਗੀਆਂ, 1 ਮਾਰਕ ਕੁਐਸਚਨ ਵਿੱਚ ਪੁੱਛ ਸਕਦੇ ਆ ਇਹ ਸਾਰੀਆਂ ਗੱਲਾਂ। ਸੋ ਜੇ ਮੰਨ ਲਓ ਗ੍ਰਾਫ ਇੱਦਾਂ ਦਾ ਆ ਅਤੇ ਇਹਦੀ ਸਪੀਡ, ਇਹਦੀ ਢਲਾਨ ਥੋੜ੍ਹੀ ਜਿਹੀ ਘੱਟ ਆ, ਸੋ ਇਹਦਾ ਮਤਲਬ ਇਹਦੀ ਸਪੀਡ ਮੰਨ ਲਓ 10 ਹੋਣੀ ਆ ਨੰਬਰਾਂ ਦੇ ਹਿਸਾਬ ਨਾਲ। ਇਹਦੀ ਸਪੀਡ ਜਿਹੜੀ, ਮੈਂ ਸਪੀਡ ਲਿਖਦਾ ਪਿਆ ਇੱਥੇ ਐਵੇਂ ਰੈਂਡਮਲੀ ਲਿਖਦਾ ਪਿਆ, ਅਸਲ ਵਿੱਚ ਨਹੀਂ, ਤੁਹਾਨੂੰ ਸਮਝਾਉਣ ਲਈ। ਸੋ ਮੰਨ ਲਓ ਇਹਦੀ ਸਪੀਡ ਜਿਹੜੀ, ਇਹਦੇ ਢਲਾਨ ਥੋੜ੍ਹੀ ਜ਼ਿਆਦਾ ਬਣ ਗਈ ਤਾਂ ਇਹਦੀ ਸਪੀਡ 20 ਹੋਣੀ ਆ। ਇਹਦੀ ਢਲਾਨ ਹੋਰ ਜ਼ਿਆਦਾ ਬਣ ਗਈ, ਮੰਨ ਲਓ ਕਿ ਇਹਦੀ ਸਪੀਡ 25 ਹੋਣੀ ਆ, ਇਹਦੀ ਢਲਾਨ ਹੋਰ ਬਣ ਗਈ ਤਾਂ ਇਹਦੀ ਸਪੀਡ ਮੰਨ ਲਓ 50 ਹੈਗੀ ਆ। ਇਹਦੀ ਢਲਾਨ ਇਹਦੀ ਹੋਰ ਜ਼ਿਆਦਾ ਬਣ ਗਈ, ਇਹਦੀ ਮੰਨ ਲਓ 100 ਸਪੀਡ ਹੈਗੀ ਆ। ਸੋ ਇਹਦੀ ਢਲਾਨ ਸਭ ਤੋਂ ਜ਼ਿਆਦਾ ਵਾ, ਇਹਦੀ ਸਪੀਡ ਮੰਨ ਲਓ 200 ਹੈਗੀ ਆ। ਅਤੇ ਜੇ ਤੁਸੀਂ ਕਹੋ ਜੀ ਸਿੱਧਾ ਹੀ ਆਹ ਵਾਲੀ ਲਾਈਨ 'ਤੇ ਹੀ ਆ ਗਿਆ, ਉਹ ਪੋਸੀਬਲ ਨਹੀਂ ਹੁੰਦਾ, ਕਿਉਂਕਿ ਇੱਥੇ ਜਿਹੜੀ ਢਲਾਨ ਆ ਉਹ ਇਨਫਿਨਿਟੀ ਹੁੰਦੀ ਆ। ਸੋ ਕਦੇ ਵੀ ਸਪੀਡ ਇਨਫਿਨਿਟੀ ਨਹੀਂ ਹੋ ਸਕਦੀ, ਠੀਕ ਹੈ ਨਾ। ਸੋ ਢਲਾਨ ਜ਼ਿਆਦਾ ਦਾ ਮਤਲਬ ਸਪੀਡ ਜ਼ਿਆਦਾ, ਮਤਲਬ ਕਿਹੜਾ ਗ੍ਰਾਫ, ਟਾਈਮ ਅਤੇ ਪੋਜੀਸ਼ਨ। ਸੋ ਇਹ ਪੋਜੀਸ਼ਨ ਦੀ ਥਾਂ 'ਤੇ ਬੇਸ਼ੱਕ ਡਿਸਟੈਂਸ ਜਾਂ ਡਿਸਪਲੇਸਮੈਂਟ ਵੀ ਹੋਵੇ ਜਾਂ ਪੋਜੀਸ਼ਨ ਹੋਵੇ, ਤਾਂ ਢਲਾਨ ਤੋਂ ਤੁਹਾਨੂੰ ਇਹੀ ਪਤਾ ਲੱਗਣਾ ਵਾ ਉਸ ਵੇਲੇ ਕਿ ਉਹਦੀ ਜਿਹੜੀ ਸਪੀਡ ਆ ਉਹ ਜ਼ਿਆਦਾ ਆ। ਸੋ ਜਿੰਨੀ ਜ਼ਿਆਦਾ ਢਲਾਨ ਆ, ਸੋ ਆਹ ਢਲਾਨ ਘੱਟ ਆ, ਜਿਹੜੀ ਆਹ ਵਾਲੀ ਲਾਈਨ ਆ, ਆਹ ਵਾਲੀ ਸਿੱਧੀ ਲਾਈਨ ਆ, ਇੱਥੇ 0 ਹੁੰਦੀ ਆ ਸਪੀਡ, ਇਹਦਾ ਮਤਲਬ ਢਲਾਨ 0 ਆ। ਸੋ ਇੱਥੇ ਢਲਾਨ 10 ਆ, ਮੰਨ ਲਓ ਆਹ ਢਲਾਨ ਹੈਗੀ 15। ਸੋ ਜਿੱਦਾਂ ਜਿੱਦਾਂ ਢਲਾਨ ਵੱਧਦੀ ਗਈ ਲਾਈਨ ਦੀ, ਸੋ ਆਹ ਦੇਖੋ, ਆਹ ਜੇ ਆਪਾਂ ਇਹਨੂੰ ਸਮਝੀਏ ਕਿ ਆਹ ਹੋਰੀਜੋਨਟਲ ਆ, ਇਹਦੀ ਢਲਾਨ ਨਹੀਂ ਹੈਗੀ, ਮਤਲਬ ਕਾਗਜ਼ ਦੇ ਉੱਤੇ ਇੱਕ ਲਕੀਰ ਆ ਇਹ ਜਿੱਦਾਂ ਜਿੱਦਾਂ ਇਹ ਲਕੀਰ ਜਿਹੜੀ ਹੈਗੀ ਆ ਉਹ ਇੱਦਾਂ ਇੱਦਾਂ ਹੋਈ ਜਾਊਗੀ, ਜਾਂ ਪ੍ਰੈਕਟੀਕਲੀ ਸੋਚ ਲਓ ਚਲੋ। ਸੋ ਇਹਨੂੰ ਜੇ ਆਪਾਂ ਇੱਦਾਂ ਕਰੀਏ ਕਿ ਇੱਦਾਂ 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 ਇਹਦੀ ਢਲਾਨ ਵੱਧਦੀ ਜਾ ਰਹੀ ਆ, ਸੋ ਇਹਦੀ ਢਲਾਨ ਵੱਧ ਰਹੀ ਆ, ਹੋਰ ਵੱਧ ਰਹੀ ਆ, ਅਤੇ ਆਹ ਬਿਲਕੁਲ ਖੜੀ ਹੋ ਗਈ ਲਾਈਨ ਆਹ। ਸੋ ਇਹ ਇਨਫਿਨਿਟੀ ਹੋ ਗਈ, ਜਿੱਦਾਂ ਕੰਧ ਹੁੰਦੀ ਆ। ਸੋ ਇਨਫਿਨਿਟੀ ਜਿਹੜੀ ਹੈਗੀ ਆ ਲਾਈਨ, ਸੋ ਉੱਥੇ ਸਪੀਡ ਪੋਸੀਬਲ ਨਹੀਂ ਹੁੰਦੀ ਕਿ ਇਨਫਾਈਨਾਈਟ ਸਪੀਡ ਹੋਵੇ। ਸੋ ਇਸ ਤਰ੍ਹਾਂ ਆਪਣੇ ਕੋਲ ਜਿਹੜੇ ਗ੍ਰਾਫ ਹੈਗੇ ਆ, ਉਹ ਤੋਂ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਹੈਗਾ ਪੋਜੀਸ਼ਨ ਟਾਈਮ ਗ੍ਰਾਫ ਤੋਂ, ਕਿ ਸਪੀਡ ਜਿਹੜੀ ਹੈਗੀ ਆ ਉਹਦੀ ਸਲੋਪ ਤੋਂ ਸਾਨੂੰ ਪਤਾ ਲੱਗਦੀ। ਅਤੇ ਡੈਲਟਾ ਐਕਸ ਓਵਰ ਡੈਲਟਾ ਟੀ ਵਾਲੀ ਇੱਕ ਗੱਲ ਆਪਾਂ ਦੇਖੀ ਆ ਇੱਥੇ, ਇਹ ਆਲਰੇਡੀ ਵੀ ਆਪਾਂ ਗੱਲ ਕੀਤੀ ਸੀ, ਅਗੇਨ ਅਸੀਂ ਇਹ ਗੱਲ ਸਿੱਖੀ ਆ। ਸੋ ਮੇਰੇ ਖਿਆਲ ਆ ਕਿ ਸਾਰੀ ਗੱਲਬਾਤ ਤੁਹਾਨੂੰ ਸਮਝ ਲੱਗ ਗਈ ਹੋਣੀ ਆ। ਸੋ ਅਸੀਂ ਬਰੀਫਲੀ ਕੀ ਸਿੱਖਿਆ, ਸੋ ਅਸੀਂ ਬਰੀਫਲੀ ਇਹ ਸਿੱਖਿਆ ਕਿ ਸਪੀਡ ਜਿਹੜੀ ਹੁੰਦੀ ਹੈਗੀ ਆ ਉਹ ਬੇਸਿਕਲੀ ਡਿਸਟੈਂਸ ਕਵਰਡ ਇਨ 1 ਸੈਕਿੰਡ ਜਿਹੜਾ ਹੁੰਦਾ ਉਹਨੂੰ ਅਸੀਂ ਸਪੀਡ ਕਹਿੰਦੇ ਹਾਂ। ਇਹਨੂੰ ਮੈਥਮੈਟੀਕਲੀ ਅਸੀਂ ਡਿਸਟੈਂਸ ਓਵਰ ਟਾਈਮ ਲਿਖਦੇ ਹਾਂ, ਵੈਲੋਸਿਟੀ ਇਜ਼ ਡਿਸਟੈਂਸ ਓਵਰ ਟਾਈਮ, ਐਸ ਓਵਰ ਟੀ ਲਿਖਦੇ ਹਾਂ, ਡਿਸਟੈਂਸ ਇਜ਼ ਪ੍ਰੋਡਕਟ ਆਫ ਸਪੀਡ ਐਂਡ ਟਾਈਮ ਲਿਖਦੇ ਹਾਂ। ਸੋ ਇਹ ਫਾਰਮੂਲਾ ਐਸ ਇਜ਼ ਇਕੁਅਲ ਵੀ ਟੀ ਜਾਂ ਵੀ ਟੀ ਲਿਖ ਲੈਂਦੇ ਹਾਂ। ਸੋ ਇਹ ਚੀਜ਼ਾਂ ਫਿਰ ਅਸੀਂ ਡਿਫਰੈਂਸਿਸ ਲੈ ਕੇ ਸਾਰਾ ਫਾਰਮੂਲਾ ਜਿਹੜਾ ਹੈਗਾ ਉਹ ਆਪਾਂ ਲਿਖਦੇ ਹਾਂ। ਸੋ ਐਵਰੇਜ ਸਪੀਡ ਜਿਹੜੀ ਹੁੰਦੀ ਆ, ਸੋ ਪੋਜੀਸ਼ਨਸ ਨੂੰ ਮਾਈਨਸ ਕਰਕੇ ਅਤੇ ਟਾਈਮ ਨੂੰ ਮਾਈਨਸ ਕਰਕੇ ਅਸੀਂ ਰੇਸ਼ੋ ਲੈਂਦੇ ਹਾਂ। ਸੋ ਜਦੋਂ ਅਸੀਂ ਦੋ ਚੀਜ਼ਾਂ ਨੂੰ ਇੱਦਾਂ ਲਿਖਦੇ, ਇਹਨੂੰ ਆਪਾਂ ਇੱਦਾਂ ਵੀ ਕਹਿੰਦੇ ਹਾਂ। ਸੋ ਵੈਲੋਸਿਟੀ ਜਾਂ ਸਪੀਡ ਇਜ਼ ਦਾ ਰੇਸ਼ੋ ਆਫ, ਸੋ ਸਪੀਡ ਇਜ਼ ਦਾ ਰੇਸ਼ੋ ਆਫ डिस्टेंस एंड टाइम, डिस्टेंस एंड टाइम। सो ये रेशो आ, रेशो मैंने बटा, मतलब ਉਹਦਾ बटा एक बटा दूजा, पहले बटा दूजा जे ਆਪਾਂ ਚੀਜ਼ ਲਿਖਣੀ ਆ। ਸੋ ਇਹਨਾਂ ਇਹ ਜਿਹੜੇ S ਬਟਾ T ਹੈ ਇਹਨੂੰ ਰੇਸ਼ੋ ਕਿਹਾ ਜਾਂਦਾ, S ਤੇ T ਦੀ ਰੇਸ਼ੋ ਆ ਇਹ। ਸੋ ਡਿਸਟੈਂਸ ਤੇ ਟਾਈਮ ਦੀ ਰੇਸ਼ੋ ਆ। ਸੋ ਦਿਸ ਇਜ਼ ਰੇਸ਼ੋ ਸਪੀਡ ਇਜ਼ ਇਕੁਅਲ ਟੂ, ਆ ਦੇਖੋ ਸਪੀਡ ਇਜ਼ ਇਕੁਅਲ ਟੂ, ਆ ਬਰਾਬਰ ਦਾ ਨਿਸ਼ਾਨ ਪਾਇਆ, ਸਪੀਡ ਬਰਾਬਰ ਹੈ ਡਿਸਟੈਂਸ ਤੇ ਟਾਈਮ ਦੀ ਰੇਸ਼ੋ ਦੇ, ਠੀਕ ਹੈ। ਸਪੀਡ ਇਜ਼ ਦਾ ਰੇਸ਼ੋ ਆਫ ਡਿਸਟੈਂਸ ਐਂਡ ਟਾਈਮ। ਸੋ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਮੈਥਮੈਟੀਕਲੀ ਉਹਨਾਂ ਚੀਜ਼ਾਂ ਨੂੰ ਲਿਖਣਾ, ਉਹਦੇ ਲਈ ਜਿਹੜੇ ਸ਼ਬਦ ਬਣੇ ਹੋਏ ਆ ਉਹਨਾਂ ਦਾ ਪ੍ਰਯੋਗ ਕਰਕੇ ਅਸੀਂ ਅਲੱਗ-ਅਲੱਗ ਤਰੀਕੇ ਨਾਲ ਉਹੀ ਚੀਜ਼ ਨੂੰ ਦੁਬਾਰਾ ਦੱਸ ਸਕਦੇ ਹਾਂ। ਸੋ ਸਪੀਡ ਇਜ਼ ਦਾ ਰੇਸ਼ੋ ਆਫ distance and time. So distance covered in 1 second is also known as speed. Rate of change of distance is known as speed. So time rate of change of distance is known as speed, etc. ਮਤਲਬ ਇਹ ਅਲੱਗ-ਅਲੱਗ ਤਰੀਕੇ ਆ ਗੱਲਾਂ ਕਰਨ ਦੇ। ਸੋ ਇਹਨੂੰ ਅਸੀਂ ਫਿਰ ਮੈਥਮੈਟੀਕਲੀ ਕਿੱਦਾਂ ਮਾਈਨਸ ਕਰਨਾ ਹੈਗਾ, ਸੋ ਦੈਟ ਇਜ਼ ਆਲਸੋ ਕਲੀਅਰ ਟੂ ਯੂ। ਸੋ ਦੈਨ ਸਿਮਿਲਰ ਯੂ ਹੈਵ ਦਿਸ ਗ੍ਰਾਫਸ। ਸੋ ਜੇ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਬਣਾਉਂਦੇ ਹਾਂ ਤਾਂ ਪੋਜੀਸ਼ਨ ਟਾਈਮ ਗ੍ਰਾਫ ਤੋਂ ਸਾਨੂੰ ਜਿਹੜਾ ਹੈਗਾ ਉਹ ਡੈਲਟਾ ਐਕਸ ਦੀ ਵੈਲਿਊ ਲੈ ਕੇ ਅਤੇ ਡੈਲਟਾ ਟੀ ਦੀ ਵੈਲਿਊ ਲੈ ਕੇ ਡਿਵਾਈਡ
ਕਰਕੇ ਅਸੀਂ ਸਪੀਡ ਦੀ ਵੈਲਿਊ ਲੱਭ ਸਕਦੇ ਹਾਂ। ਤੇ ਇਹਨੂੰ ਸਲੋਪ ਵੀ ਕਹਿੰਦੇ ਆ। ਸੋ ਸਲੋਪ ਇਜ਼ ਟੈਨ ਥੀਟਾ। ਸੋ ਟੈਨ ਥੀਟਾ ਦੀ ਵੈਲਿਊ ਪਰਪੈਂਡੀਕੂਲਰ ਓਵਰ ਬੇਸ ਹੁੰਦੀ ਆ। ਸੋ ਜੇ ਅਸੀਂ ਉਹਨੂੰ ਚੈੱਕ ਕਰੀਏ ਤਾਂ ਟਾਈਮ ਐਕਸ ਦਾ ਜਿਹੜਾ ਟੀ ਐਕਸ ਦਾ ਗ੍ਰਾਫ ਆ ਜਿਹੜਾ ਉਹਦੇ ਸਲੋਪ ਤੋਂ ਸਾਨੂੰ ਸਪੀਡ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਆ। ਜਿੰਨਾ ਜ਼ਿਆਦਾ ਸਲੋਪ ਹੁੰਦਾ ਵਾ ਉਨੀ ਜ਼ਿਆਦਾ ਜਿਹੜੀ ਆ ਉਹ ਸਪੀਡ ਹੁੰਦੀ ਹੈਗੀ ਆ। ਸੋ ਥੈਂਕ ਯੂ ਵੈਰੀ ਮੱਚ।